ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਸਾਧ ਸੰਗਤ ਜੀ, ਜਪਜੀ ਸਾਹਿਬ ਦੀ ਕਥਾ ਵਾਰਤਾ ਹੋ ਰਹੀ ਹੈ। ਕੱਲ 8 ਪੌੜੀਆਂ ਤੱਕ ਹੋ ਗਈ ਸੀ। ਅੱਜ 9ਵੀਂ ਪੌੜੀ ਦੀ ਕਥਾ ਸ਼ੁਰੂ ਹੋਣੀ ਹੈ। ਸੁਣੇ ਈਸ਼ਰ ਬ੍ਰਹਮਾ ਇੰਦ, ਸੁਣੇ ਈਸ਼ਰ ਬ੍ਰਹਮਾ ਇੰਦ। ਸੁਣੇ ਕਿਉਂਕਿ ਵਿੱਚ ਅਣਾਣਾ ਆ ਗਿਆ ਹੈ, ਇਸ ਨੂੰ ਸੁਣਿਆ ਨਹੀਂ ਪੜ੍ਹ ਸਕਦੇ। ਅਣਾਣਾ ਹਮੇਸ਼ਾ ਨੱਕ ਰਾਹੀਂ ਬੋਲਿਆ ਜਾਂਦਾ ਹੈ। ਜੇ ਆਪਾਂ ਆਪਣੇ ਸੁਣਿਆ, ਇਹ ਤਾਂ ਤਿੰਨੋਂ ਅੱਖਰ ਜੀਭ ਨਾਲ ਹੋ ਕੇ, ਮੂੰਹ ਰਾਹੀਂ ਹੋ ਕੇ। ਗੰਗਾ, ਯਈਆਂ, ਅਣਾਣਾ, ਨੰਨਾ, ਮੰਮਾ, ਇਹ 5 ਅੱਖਰ ਨੇ ਜਿਹੜੇ ਨੱਕ ਰਾਹੀਂ ਬੋਲੇ ਜਾਂਦੇ ਨੇ। ਇਸ ਕਰਕੇ ਐ ਨਹੀਂ ਬੋਲਿਆ ਜਾਏਗਾ, ਐ ਹੋ ਜਾਏਗਾ। ਸੁਣਿਆ ਈਸ਼ਰ ਬ੍ਰਹਮਾ ਨਹੀਂ ਪੜ੍ਹਨਾ। ਇਹ ਸ਼ਬਦ ਅਸਲ ਹੈ ਬ੍ਰਹਮਾ। ਬੱਬਾ ਰਾਰੇ 'ਤੇ ਟਿੱਪੀ, ਪੈਰ 'ਚ ਹਾਹਾ, ਮੰਮੇ ਨੂੰ ਕਰਨਾ ਬ੍ਰਹਮਾ। ਸੁਣੇ ਈਸ਼ਰ ਬ੍ਰਹਮਾ ਇੰਦ। ਹੁਣ ਸਿੱਖ ਨੇ ਸੁਣਨਾ ਕੀ ਹੈ? ਇੱਕ ਨਾਮ ਸੁਣਨਾ, ਦੂਸਰੀ ਬਾਣੀ ਸੁਣਨੀ। ਨਾਮ ਬਾਣੀ ਸੁਣਨ ਦੇ ਨਾਲ ਜਿਹੜਾ ਮਨੁੱਖ ਹੈ, ਇਹ ਸ਼ਿਵ ਜੀ, ਬ੍ਰਹਮਾ ਅਤੇ ਇੰਦਰ ਦੀ ਪਦਵੀ ਤੱਕ ਪਹੁੰਚ ਜਾਂਦਾ ਹੈ, ਕਿਉਂਕਿ ਉਹ ਵੀ ਨਾਮ ਜਪ ਜਪ ਕੇ ਹੀ ਇੱਥੇ ਪਹੁੰਚੇ ਨੇ। ਸੋ ਜਿਹੜਾ ਬੰਦਾ ਵੀ ਨਾਮ ਸੁਣੇਗਾ, ਬਾਣੀ ਸੁਣੇਗਾ, ਉਹਦੇ 'ਚ ਵੀ ਇਹੀ ਗੁਣ ਪੈਦਾ ਹੋ ਜਾਣਗੇ ਅਤੇ ਉਹ ਉਹਨਾਂ ਦੀ ਪਦਵੀ ਤੱਕ ਪਹੁੰਚ ਸਕਦਾ ਹੈ। ਸੁਣੇ ਮੁਖ ਸਲਾਹਣ ਮੰਦ। ਮੰਦ ਮੈਨੇ ਭੈੜੇ ਲੋਕ। ਜੇ ਕੋਈ ਮੰਦਾ ਬੰਦਾ ਹੈ, ਭੈੜਾ ਬੰਦਾ ਹੈ, ਜੋ ਨਾਮ ਬਾਣੀ ਸੁਣਦਾ ਰਹੇ, ਤਾਂ ਮੁੱਖ ਤੋਂ ਪਰਮਾਤਮਾ ਦੀ ਸਿਫਤ ਸਲਾਹ ਕਰਨ ਲੱਗ ਜਾਏਗਾ। ਕਿਉਂਕਿ ਜੋ ਆਪਾਂ ਸੁਣਦੇ ਹਾਂ ਉਹਦਾ ਸਾਡੇ ਮਨ 'ਤੇ ਅਸਰ ਹੁੰਦਾ। ਇਸ ਲਈ ਸਿਆਣੇ ਕਹਿੰਦੇ ਨੇ, ਸੁਣੋ ਵੀ ਠੀਕ ਅਤੇ ਪੜ੍ਹੋ ਵੀ ਚੱਜ ਦਾ। ਜੇ ਗੰਦਮੰਦ ਪੜ੍ਹਾਂਗੇ ਤਾਂ ਵੀ ਮਨ 'ਤੇ ਭੈੜਾ ਅਸਰ ਹੋਏਗਾ, ਗੰਦਮੰਦ ਸੁਣਾਂਗੇ ਤਾਂ ਵੀ ਭੈੜਾ ਅਸਰ ਹੋਏਗਾ। ਇਸ ਲਈ ਜਿਹੜੇ ਨਾਮ ਬਾਣੀ ਨੂੰ ਸੁਣਦਾ, ਭਾਵੇਂ ਉਹ ਚੰਗਾ ਬੰਦਾ ਨਹੀਂ ਸੀ, ਪਰ ਉਹ ਨਾਮ ਬਾਣੀ ਨੂੰ ਸੁਣ ਕੇ ਉਹ ਬਦਲ ਜਾਏਗਾ ਅਤੇ ਮੁੱਖ ਸਲਾਹਣ, ਮੁੱਖ ਰਾਹੀਂ ਪਰਮਾਤਮਾ ਦੀ ਸਿਫਤ ਸਲਾਹ ਕਰਨ ਲੱਗ ਜਾਵੇਗਾ। ਚੇਂਜ ਆ ਜਾਏਗੀ ਨਾ, ਪਰਿਵਰਤਨ ਹੋ ਜਾਏਗਾ। ਬਾਣੀ ਦੀ ਨਾਮ ਦੀ ਸੰਗਤ ਕਰ ਰਿਹਾ ਹੈ। ਬਾਣੀ ਦੀ ਸੰਗਤ ਗੁਰੂ ਦੀ ਸੰਗਤ ਹੈ, ਅਤੇ ਗੁਰੂ ਦੀ ਸੰਗਤ 'ਚ ਆ ਕੇ ਫਿਰ ਬੰਦਾ ਦਾ ਸੁਭਾਅ ਬਦਲ ਜਾਂਦਾ, ਆਦਤਾਂ ਬਦਲ ਜਾਂਦੀਆਂ। ਕਿੰਨੇ ਪਹਿਲਾਂ ਜਿਹੜੇ ਹੁਣ ਸਾਡੇ ਅਖੰਡ ਪਾਠੀ ਨੇ, ਪਹਿਲਾਂ ਸ਼ਰਾਬ ਪੀਂਦੇ ਹੁੰਦੇ ਸਨ, ਸਤ ਸੰਗਤ ਕਰਦੇ ਰਹੇ, ਫਿਰ ਸੋਝੀ ਆ ਗਈ। ਸੋਝੀ ਆ ਗਈ, ਉਹ ਸਭ ਕੁਝ ਛੱਡ ਦਿੱਤਾ ਹੈ। ਇਸ ਤਰ੍ਹਾਂ ਕੋਈ ਭੈੜਾ ਬੰਦਾ ਵੀ ਹੈ, ਜੇ ਉਹ ਪਰਮਾਤਮਾ ਦਾ ਨਾਮ ਬਾਣੀ ਸੁਣਦਾ ਰਹਿੰਦਾ ਹੈ, ਉਹ 'ਚ ਪਰਿਵਰਤਨ ਆ ਜਾਂਦਾ ਹੈ, ਅਤੇ ਉਹ ਵੀ ਆਪਣੇ ਮੁਖ ਦੇ ਨਾਲ ਪਰਮਾਤਮਾ ਦੀ ਸਿਫਤ ਸਲਾਹ ਸ਼ੁਰੂ ਕਰ ਦਿੰਦਾ ਹੈ। ਸੁਣੇ ਜੋਗ ਜੁਗਤ ਤਨ ਭੇਦ। ਯੋਗ ਦੀ ਜੁਗਤੀ, ਜਿਹੜਾ ਪਤੰਜਲੀ ਹੈ, ਸਭ ਤੋਂ ਵੱਡਾ ਯੋਗ ਸ਼ੁਰੂ ਹੀ ਉਸ ਤੋਂ ਹੈ। ਕਈ ਹਜ਼ਾਰ ਸਾਲ ਪਹਿਲਾਂ ਹੋਇਆ। ਉਹਨੇ ਇਹ ਯੋਗ ਵਿੱਦਿਆ ਕਿਸਮ ਦੀ ਚਾਲੂ ਕੀਤੀ। ਯੋਗ ਵਿੱਦਿਆ ਦੀ ਤਾਕਤ ਦੇ ਨਾਲ ਅੰਦਰ ਜੋ ਸਾਡੇ ਜੋ ਕੁਛ ਵੀ ਹੈ, ਉਹਦਾ ਪਤਾ ਲੱਗਣ ਲੱਗ ਜਾਂਦਾ ਹੈ। ਗੁਰੂ ਮਹਾਰਾਜ ਕਹਿੰਦੇ ਵੀ ਯੋਗ ਦੀ ਯੁਗਤੀ ਅਤੇ ਤਨ ਦੇ ਭੇਦ। ਸਾਡੇ ਸਰੀਰ ਅੰਦਰ ਕੀ ਹੈ? ਜਿੰਨਾ ਚਿਰ ਐਕਸਰੇ ਨਹੀਂ ਸਨ, ਇਹ ਮਸ਼ੀਨਾਂ ਨਹੀਂ ਸਨ ਆਈਆਂ, ਪਤਾ ਹੀ ਨਹੀਂ ਸੀ ਲੱਗਦਾ ਵੀ ਸਰੀਰ ਦੇ ਅੰਦਰ ਕੀ ਹੋ ਰਿਹਾ ਹੈ। ਪਰ ਯੋਗੀਆਂ ਨੇ, ਜਿਹੜੇ ਯੋਗ ਸ਼ਾਸਤਰ ਨੇ, ਇੱਕ ਤਾਂ ਜੁਗਤੀ ਦੱਸੀ ਜੁੜਨ ਦੀ, ਦੂਸਰਾ ਤਨ ਦੇ ਭੇਦ ਦੱਸੇ। ਅਤੇ ਗੁਰੂ ਮਹਾਰਾਜ ਕਹਿੰਦੇ ਜਿਹੜਾ ਪਰਮਾਤਮਾ ਦਾ ਨਾਮ ਸੁਣਦਾ ਰਹਿੰਦਾ, ਬਾਣੀ ਸੁਣਦਾ ਰਹਿੰਦਾ, ਉਹਨੂੰ ਵੈਸੇ ਹੀ ਯੋਗ ਦੀ ਜੁਗਤੀ ਅਤੇ ਤਨ ਦੇ ਭੇਦਾਂ ਦਾ ਪਤਾ ਲੱਗ ਜਾਂਦਾ ਹੈ। ਜਦੋਂ ਦਿਵ ਦ੍ਰਿਸ਼ਟੀ ਖੁੱਲ੍ਹਦੀ ਹੈ, ਉਦੋਂ ਸਾਡੇ ਸਰੀਰ ਦੇ ਅੰਦਰ ਕੀ ਕੁਛ ਹੈ, ਸਭ ਕੁਛ ਦਿਸਣ ਲੱਗ ਜਾਂਦਾ। ਉਦੋਂ ਸਾਰਾ ਕੁਛ ਹੀ ਦਿਸਣ ਲੱਗ ਜਾਂਦਾ ਹੈ ਵੀ ਸਾਡੇ ਸਰੀਰ ਅੰਦਰ
ਫੇਫੜੇ ਕਿੱਥੇ ਨੇ, ਦਿਲ ਕਿੱਥੇ ਹੈ, ਦਿਲ ਕੀ ਕੰਮ ਕਰ ਰਿਹਾ, ਫੇਫੜੇ ਠੀਕ ਕੰਮ ਕਰ ਰਹੇ, ਕੋਈ ਗੜਬੜ ਤਾਂ ਨਹੀਂ, ਜਿਗਰ ਠੀਕ ਕੰਮ ਕਰ ਰਿਹਾ ਹੈ, ਕੋਈ ਦਾਗ ਤਾਂ ਨਹੀਂ, ਸਾਰਾ ਸਰੀਰ ਹੀ ਅੰਦਰੋਂ ਦਿਸਣਾ ਸ਼ੁਰੂ ਹੋ ਜਾਂਦਾ। ਅਤੇ ਉਹ ਕਿਵੇਂ ਜਿਹੜਾ ਹੈ ਦਿਵ ਦ੍ਰਿਸ਼ਟੀ ਨਾਮ ਜਪ ਜਪ ਕੇ ਅਤੇ ਨਾਮ ਸੁਣ ਸੁਣ ਕੇ ਪ੍ਰਾਪਤ ਹੁੰਦੀ ਹੈ। ਇਸ ਲਈ ਜਿਹੜਾ ਬੰਦਾ ਪਰਮਾਤਮਾ ਦਾ ਨਾਮ ਸੁਣਦਾ ਰਹਿੰਦਾ, ਬਾਣੀ ਸੁਣਦਾ ਰਹਿੰਦਾ, ਉਹਨੂੰ ਯੋਗ ਦੀ ਜੁਗਤੀ ਅਤੇ ਤਨ ਦੇ ਅੰਦਰਲੇ ਭੇਦਾਂ ਦਾ ਵੈਸੇ ਹੀ ਪਤਾ ਲੱਗ ਜਾਂਦਾ ਹੈ। ਸੁਣੇ ਸਾਸਤ ਸਿਮਰਤ ਵੇਦ, ਸਾਸਤ ਮੈਨੇ ਸ਼ਾਸਤਰ, ਹਿੰਦੂ ਧਰਮ ਦੇ 6 ਸ਼ਾਸਤਰ ਨੇ। ਸਿਮਰਤ ਭਾਵ ਸਿਮਰਤੀਆਂ, 27 ਸਿਮਰਤੀਆਂ ਨੇ। ਵੇਦ 4 ਵੇਦ ਨੇ। 6 ਸ਼ਾਸਤਰ, 27 ਸਿਮਰਤੀਆਂ ਅਤੇ 4 ਵੇਦ। ਇਹਨਾਂ ਦਾ ਜਿਹੜਾ ਗਿਆਨ ਇਹਨਾਂ ਵਿੱਚ ਦਿੱਤਾ ਹੋਇਆ ਉਹ ਤਾਂ ਪਰਮਾਤਮਾ ਦਾ ਨਾਮ ਸੁਣਨ ਨਾਲ ਹੀ ਹੋ ਜਾਂਦਾ ਹੈ। ਇਹਨਾਂ 'ਚ ਜੋ ਗਿਆਨ ਦਿੱਤਾ ਹੈ ਉਹ ਪਰਮਾਤਮਾ ਦਾ ਨਾਮ ਸੁਣਨ ਦੇ ਨਾਲ ਹੀ ਹੋ ਜਾਂਦਾ ਹੈ। ਕਿਉਂਕਿ ਨਾਮ ਸੁਣਦਿਆਂ ਸੁਣਦਿਆਂ, ਬਾਣੀ ਸੁਣਦਿਆਂ ਸੁਣਦਿਆਂ, ਇੱਕ ਤਾਂ ਦਾ ਦੂਜਾ ਨਾਮ ਜਪ ਰਿਹਾ ਅਤੇ ਆਪਾਂ ਸੁਣ ਰਹੇ ਹਾਂ। ਕਈ ਵਾਰੀ ਆਪਾਂ ਆਪ ਹੀ ਨਾਮ ਜਪ ਰਹੇ ਹਾਂ ਅਤੇ ਉਸ ਨੂੰ ਸੁਣ ਰਹੇ ਹੁੰਦੇ ਹਾਂ। ਕਈ ਵਾਰੀ ਦੂਜਾ ਬਾਣੀ ਸੁਣਾ ਰਿਹਾ ਹੁੰਦਾ, ਆਪਾਂ ਸੁਣ ਰਹੇ ਹੁੰਦੇ। ਕਈ ਵਾਰੀ ਆਪਾਂ ਆਪ ਬਾਣੀ ਹੀ ਪੜ੍ਹ ਰਹੇ ਹੁੰਦੇ ਅਤੇ ਉਸ ਨੂੰ ਸੁਣ ਰਹੇ ਹੁੰਦੇ ਹਾਂ। ਇਸ ਤਰ੍ਹਾਂ ਜਿਹੜਾ ਬੰਦਾ ਧਿਆਨ ਨਾਲ ਸੁਣਦਾ ਰਹਿੰਦਾ ਹੈ ਉਹਦੀ ਅਵਸਥਾ ਇੰਨੀ ਉੱਚੀ ਹੋ ਜਾਂਦੀ ਹੈ ਕਿ ਸ਼ਾਸਤਰਾਂ, ਸਿਮਰਤੀਆਂ ਅਤੇ ਵੇਦਾਂ ਦੇ ਵਿੱਚ ਜੋ ਗਿਆਨ ਦਿੱਤਾ ਹੈ ਉਸ ਨੂੰ ਉਹ ਗਿਆਨ ਵੈਸੇ ਹੀ ਪ੍ਰਾਪਤ ਹੋ ਜਾਂਦਾ ਹੈ। ਉਹਨੂੰ ਇਹ ਵੇਦ, ਸ਼ਾਸਤਰ, ਸਿਮਰਤੀਆਂ ਪੜ੍ਹਨ ਦੀ ਲੋੜ ਨਹੀਂ ਹੁੰਦੀ। ਨਾਨਕ ਭਗਤਾਂ ਸਦਾ ਵਿਗਾਸ। ਭਗਤ ਕੌਣ ਹੁੰਦੇ ਨੇ? ਜਿਨ੍ਹਾਂ ਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਗਈ ਹੈ। ਉਹਨੂੰ ਸੰਤ ਕਹਿ ਲਓ, ਉਹਨੂੰ ਗੁਰੂ ਕਹਿ ਲਓ, ਉਹਨੂੰ ਭਗਤ ਕਹਿ ਲਓ, ਸਾਧ ਕਹਿ ਲਓ। ਜਿਸ ਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਗਈ ਉਹਨੂੰ ਕਹਿੰਦੇ ਭਗਤ। ਉਹਨਾਂ ਨੂੰ ਕਿਵੇਂ ਪਰਮਾਤਮਾ ਦੀ ਪ੍ਰਾਪਤੀ ਹੋਈ? ਨਾਮ ਸੁਣ ਸੁਣ ਕੇ। ਉਹ ਨਾਮ ਜਪੀ ਗਏ, ਸੁਣੀ ਗਏ, ਜਪੀ ਗਏ, ਸੁਣੀ ਗਏ, ਜਪੀ ਗਏ, ਸੁਣੀ ਗਏ। ਹੌਲੀ ਹੌਲੀ ਆਤਮਿਕ ਅਵਸਥਾ ਉੱਚੀ ਹੁੰਦੀ ਗਈ, ਹੁੰਦੀ ਗਈ, ਹੁੰਦੀ ਗਈ ਅਤੇ ਇੱਕ ਦਿਨ ਉਹਨਾਂ ਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਗਈ। ਪਰਮਾਤਮਾ ਦੀ ਪ੍ਰਾਪਤੀ ਹੋ ਗਈ, ਉਹ ਭਗਤ ਬਣ ਗਏ, ਭਗਤ ਬਣ ਗਏ। ਜਦੋਂ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ ਤਾਂ ਪਰਮਾਤਮਾ ਨੂੰ ਕਹਿੰਦੇ ਪਰਮਾਨੰਦ, ਪਰਮ ਆਨੰਦ। ਪਰਮਾਤਮਾ ਦਾ ਨਾਮ ਹੈ ਪਰਮਾਨੰਦ। ਜਦੋਂ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ ਮਨੁੱਖ ਨੂੰ ਵੀ ਪਰਮ ਆਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ। ਅਤੇ ਜਿਹਦੇ ਕੋਲ ਪਰਮ ਆਨੰਦ ਹੈ ਉਹ ਤਾਂ ਖੁਸ਼ੀ ਖੁਸ਼ ਹੈ। ਇਸ ਲਈ ਜਿਹੜੇ ਭਗਤ ਹਨ, ਨਾਨਕ ਭਗਤਾਂ ਸਦਾ ਵਿਗਾਸ। ਵਿਗਾਸ ਦਾ ਮਨ ਦਾ ਖੇੜਾ, ਉਹਦਾ ਮਨ ਸਦਾ ਹੀ ਖਿੜਿਆ ਰਹਿੰਦਾ ਹੈ। ਸੁਣੇ ਦੁੱਖ ਪਾਪ ਕਾ ਨਾਸ। ਪਰਮਾਤਮਾ ਦਾ ਨਾਮ ਸੁਣਨ ਨਾਲ ਦੁੱਖਾਂ ਪਾਪਾਂ ਦਾ ਨਾਸ ਹੋ ਜਾਂਦਾ ਹੈ। ਪਰਮਾਤਮਾ ਦਾ ਨਾਮ ਸੁਣਦੇ ਰਹੋ, ਸੁਣਦੇ ਰਹੋ, ਜਪਦੇ ਰਹੋ, ਸੁਣਦੇ ਰਹੋ, ਜਪਦੇ ਰਹੋ, ਸੁਣਦੇ ਰਹੋ। ਇਸ ਤਰ੍ਹਾਂ ਕਰਦਿਆਂ ਕਰਦਿਆਂ ਦੁੱਖਾਂ ਪਾਪਾਂ ਦਾ ਨਾਸ ਹੋ ਜਾਂਦਾ। ਕਿਉਂਕਿ ਦੁੱਖ ਪਾਪ ਸਾਡੇ ਮਾੜੇ ਕਰਮਾਂ ਦਾ ਨਤੀਜਾ ਹਨ। ਬਾਣੀ ਪੜ੍ਹਨ ਨਾਲ, ਨਾਮ ਜਪਣ ਨਾਲ ਜਿਹੜੇ ਮਾੜੇ ਕਰਮ ਨੇ ਉਹ ਕੱਟਣੇ ਸ਼ੁਰੂ ਹੋ ਜਾਂਦੇ ਨੇ। ਜਿਉਂ-ਜਿਉਂ ਕਰਮ ਘਟੀ ਜਾਂਦਾ ਹੈ ਤਿਉਂ ਤੋਂ ਦੁੱਖ ਵੀ ਘਟੀ ਜਾਂਦਾ ਹੈ। ਜਦੋਂ ਕਰਮ ਖਤਮ ਹੋ ਜਾਂਦਾ ਦੁੱਖ ਖਤਮ ਹੋ ਜਾਂਦਾ ਹੈ। ਸੁਣੇ ਸਤ ਸੰਤੋਖ ਗਿਆਨ। ਪਰਮਾਤਮਾ ਦਾ ਨਾਮ ਸੁਣਨ ਨਾਲ ਮਨੁੱਖ ਦੇ ਅੰਦਰ ਸਤ, ਸੰਤੋਖ ਅਤੇ ਬ੍ਰਹਮ ਗਿਆਨ ਪੈਦਾ ਹੋ ਜਾਂਦਾ ਹੈ। ਇੱਕ ਗਿਆਨ ਤਾਂ ਸੰਸਾਰੀ ਹੈ, ਇਹ ਨਹੀਂ। ਇਹ ਤਾਂ ਪਰਮਾਤਮਾ ਦਾ ਨਾਮ ਜਪਣ ਤੋਂ ਬਿਨਾਂ ਵੀ ਹੋ ਜਾਂਦਾ। ਕਿਤਾਬਾਂ ਪੜ੍ਹ ਲਓ, ਗਿਆਨ ਹੋ ਜਾਏਗਾ। ਪਰ ਜਿਹੜਾ ਬ੍ਰਹਮ ਗਿਆਨ ਹੈ ਇਹ ਨਾਮ ਜਪੇ ਤੋਂ ਬਿਨਾਂ, ਬਾਣੀ ਸੁਣੇ ਤੋਂ ਬਿਨਾਂ ਨਹੀਂ ਹੁੰਦਾ। ਨਾਮ ਜਪਣਾ ਪੈਂਦਾ। ਹੁਣ ਜੇ ਸਾਡੇ ਭਗਤ ਸਨ, ਇਹ ਪੜ੍ਹੇ ਲਿਖੇ ਨਹੀਂ ਸਨ, ਇਹਨਾਂ ਨੇ ਕੋਈ ਬਾਣੀ ਨਹੀਂ ਪੜ੍ਹੀ, ਇਹਨਾਂ ਨਾਮ ਜਪਿਆ। ਜਦੋਂ ਇਹ ਨਾਮ ਜਪ ਕੇ ਭਗਤ ਬਣ ਗਏ, ਇਹਨਾਂ ਨੂੰ ਬਾਣੀ ਆਪਣੇ ਆਪ ਹੀ ਆਉਣ ਲੱਗ ਪਈ। ਹੁਣ ਤਾਂ ਕੋਈ ਮੰਦਿਰ 'ਚ ਪਹਿਲਾਂ ਪੜ੍ਹਾਈ ਮੰਦਿਰਾਂ ਅਤੇ ਮਸਜਿਦਾਂ 'ਚ ਹੁੰਦੀ ਸੀ। ਪਹਿਲਾਂ ਆਮ ਕਿਹਾ ਕਰ ਤੂੰ ਕਿੱਥੋਂ ਤੱਕ ਪੜ੍ਹੇ? ਕਹਿੰਦਾ ਮੈਂ ਗੁਰਦੁਆਰੇ ਤੱਕ।
ਪੜ੍ਹਾਈ ਗੁਰਦੁਆਰਿਆਂ, ਮੰਦਿਰਾਂ ਅਤੇ ਮਦਰਸਿਆਂ 'ਚ ਹੁੰਦੀ ਸੀ। ਆਹ ਹੁਣ ਦੇ ਜੇ ਤੁਸੀਂ ਸਕੂਲ, ਇਹ ਨਹੀਂ ਸਨ, ਇਹ ਤਾਂ ਅੰਗਰੇਜ਼ ਲਿਆਏ ਨੇ। ਇਹ ਸਕੂਲ ਤੇ ਅੰਗਰੇਜ਼ ਲਿਆਏ ਨੇ। ਪਹਿਲਾਂ ਇਸ ਤਰ੍ਹਾਂ ਕੋਈ ਸਕੂਲ ਨਹੀਂ ਸੀ ਹੁੰਦਾ। ਮੁਸਲਮਾਨ ਕਹਿੰਦੇ ਸੀ ਮਦਰਸਾ, ਉਹਨੇ ਮਦਰਸੇ ਬਣਾਏ ਸਨ, ਉੱਥੇ ਪੜ੍ਹਾਉਂਦੇ ਸਨ। ਧਾਰਮਿਕ ਵਿੱਦਿਆ ਹੁੰਦੀ ਸੀ, ਉਹਦੀ ਸੰਸਾਰਿਕ ਵਿੱਦਿਆ ਨਹੀਂ ਸੀ ਹੁੰਦੀ, ਧਾਰਮਿਕ ਵਿੱਦਿਆ ਹੁੰਦੀ ਸੀ, ਜਾਂ ਥੋੜ੍ਹਾ ਜਿਹਾ ਹਿਸਾਬ ਹੁੰਦਾ ਸੀ ਵੀ ਹਿਸਾਬ ਕਿਤਾਬ ਬੰਦਾ ਕਰ ਲੈ। ਇਸ ਲਈ ਉਹਨਾਂ ਵਿਚਾਰਿਆਂ ਨੂੰ ਤਾਂ ਕਿਸੇ ਨੇ ਮੰਦਿਰ 'ਚ ਹੀ ਨਹੀਂ ਵੜਨ ਦਿੱਤਾ, ਅਤੇ ਪੜ੍ਹਾਉਣਾ ਕਿੰਨੇ ਸੀ? ਪੜ੍ਹਾਉਣਾ ਕਿੰਨੇ ਸੀ? ਅਤੇ ਬੰਦਾ ਹੈਰਾਨ ਹੁੰਦਾ ਉਹਨਾਂ ਦੀ ਬਾਣੀ ਪੜ੍ਹ ਕੇ ਕਿ ਕਿੰਨਾ ਗਿਆਨ ਸੀ ਉਹਨਾਂ ਨੂੰ, ਕਿੰਨੇ ਔਖੇ ਔਖੇ ਸ਼ਬਦ ਉਹਨਾਂ ਨੇ ਵਰਤੇ ਨੇ, ਕਿੰਨੀ ਤਗੜੀ ਉਹਨਾਂ ਦੀ ਸ਼ਬਦਾਵਲੀ ਹੈ। ਆਖਰ ਕਰੋ ਕਿੱਥੋਂ? ਉਹ ਪੜ੍ਹੇ ਵੀ ਨਹੀਂ, ਅਤੇ ਇੰਨੀ ਜ਼ਬਰਦਸਤ ਬਾਣੀ ਉਹਨਾਂ ਨੇ ਲਿਖੀ ਹੈ। ਜਦੋਂ ਬ੍ਰਹਮ ਗਿਆਨ ਹੋ ਜਾਂਦਾ ਹੈ, ਇਹ ਬਾਣੀ ਆਪਣੇ ਆਪ ਹੀ ਫੁੱਟਣੀ ਸ਼ੁਰੂ ਨਜ਼ਰ ਆਉਂਦੀ, ਲਿਖਣਾ ਵੀ ਆ ਜਾਂਦਾ, ਸਭ ਕੁਛ ਕਰਨਾ ਆਪਣੇ ਆਪ ਹੀ ਆ ਜਾਂਦਾ। ਜਿਸ ਬੰਦੇ ਨੂੰ ਮੰਦਿਰ ਦੇ ਵਿੱਚੋਂ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਜਾਵੇ, ਤੁਸੀਂ ਆਪ ਸੋਚੋ ਉਹਨੂੰ ਪੜ੍ਹਾਉਣ ਵਾਲਾ ਕੌਣ ਹੋਏਗਾ? ਉਹਨੂੰ ਕੌਣ ਪੜ੍ਹਾਉਣ ਹੋਏਗਾ? ਅੱਜ ਤਾਂ ਸ਼ੂਦਰ ਬਾਹਰ ਨਿਕਲੋ, ਤੁਹਾਨੂੰ ਅਧਿਕਾਰ ਹੀ ਨਹੀਂ ਮੰਦਿਰ 'ਚ ਆਉਣ ਦਾ। ਪੜ੍ਹਾਉਣਾ ਕਿੰਨੇ ਸੀ? ਫਿਰ ਆਖਰਕਾਰ ਉਹਨਾਂ ਨੇ ਇੰਨੀ ਬਾਣੀ ਕਿਵੇਂ ਲਿਖਤੀ? ਬ੍ਰਹਮ ਗਿਆਨ ਜਦੋਂ ਹੁੰਦਾ ਨਾ, ਫਿਰ ਬੜਾ ਕੁਛ ਆਪਣੇ ਆਪ ਹੀ ਆ ਜਾਂਦਾ, ਫਿਰ ਆਪਣੇ ਆਪ ਹੀ ਆ ਜਾਂਦਾ। ਇਹ ਲਿਖਣਾ ਵੀ ਆ ਜਾਂਦਾ, ਪੜ੍ਹਨਾ ਵੀ ਆ ਜਾਂਦਾ, ਸਭ ਕੁਛ ਆ ਜਾਂਦਾ। ਤਾਂ ਜਿਹੜਾ ਬੰਦਾ ਨਾਮ ਸੁਣਦਾ ਰਹਿੰਦਾ ਹੈ, ਬਾਣੀ ਨੂੰ ਸੁਣਦਾ ਰਹਿੰਦਾ ਹੈ, ਉਹਨਾਂ ਦੇ ਅੰਦਰ ਸਤ, ਸੰਤੋਖ ਅਤੇ ਬ੍ਰਹਮ ਗਿਆਨ ਪੈਦਾ ਹੋ ਜਾਂਦਾ। ਸੁਣੇ 68 का इशनान। पुराने ज़माने में अपने 18, 10, 20 खष्ट राग उन गाए, संग रागनी 30, सब है पुत्र रागन के। 18, 10, 20, 18 ਤੇ 10 28 ਤੇ 20 48। ਖਸ਼ਟ ਰਾਗ ਉਨ ਗਾਏ 6 ਰਾਗ, ਸੰਗ ਰਾਗਣੀ 30। ਹਰ ਇੱਕ ਦੀਆਂ 5-5 ਘਰ ਵਾਲੀਆਂ 6 ਰਾਗ ਨੇ, 5-5 ਘਰ 30 ਹੋ ਗਈਆਂ। ਔਰ ਹਰ ਰਾਗ ਦੇ 8-8 ਪੁੱਤਰ ਸਨ। ਉਹ 8 ਸੀ 48, 48 ਲਿਖਣ ਦੀ ਥਾਂ 'ਤੇ 3 ਹਿੱਸਿਆਂ ਤੋੜ ਕੇ 18, 10, 20 ਲਿਖਤਾ। ਇਸ ਲਈ 68 ਲਿਖਣ ਦੀ ਬਜਾਏ 860 ਲਿਖਦਾ। 8 + 60 68, 68 ਅਤੇ 860 ਮੀਨਿੰਗ ਇੱਕੋ ਹੈ। ਸੁਣੇ 68 का ਇਸ਼ਨਾਨ। ਹਿੰਦੂ ਧਰਮ ਅਨੁਸਾਰ ਜਿਹੜਾ 68 ਤੀਰਥਾਂ ਦਾ ਇਸ਼ਨਾਨ ਕਰ ਲੈਂਦੇ, ਕਹਿੰਦੇ ਉਹਦੀ ਗਤੀ ਹੋ ਜਾਂਦੀ, ਮੁਕਤੀ ਹੋ ਜਾਂਦੀ। ਸਾਡੇ ਗੁਰੂ ਮਹਾਰਾਜ ਕਹਿੰਦੇ ਭਾਈ ਤੁਹਾਨੂੰ ਕਿਤੇ ਤੀਰਥ ਇਸ਼ਨਾਨ ਜਾਣ ਦੀ ਲੋੜ ਨਹੀਂ ਹੈਗੇ, ਕਿੱਥੇ ਕਿੱਥੇ ਫਿਰਦੇ ਰਹੋਗੇ। ਤੁਸੀਂ ਨਾਮ ਜਪੀ ਜਾਓ ਅਤੇ ਉਹਨੂੰ ਸੁਣੀ ਜਾਓ, ਜਪੀ ਜਾਓ, ਸੁਣੀ ਜਾਓ, ਸੁਣੀ ਜਾਓ, ਸੁਣੀ ਜਾਓ, ਸੁਣੀ ਜਾਓ। ਜੋ 68 ਤੀਰਥਾਂ ਦੇ ਇਸ਼ਨਾਨ ਦਾ ਫਲ ਹੈ ਨਾ, ਉਹ ਤੁਹਾਨੂੰ ਨਾਮ ਬਾਣੀ ਸੁਣ ਕੇ ਮਿਲ ਜਾਏਗਾ। ਸਮਝੋ, ਤੁਹਾਨੂੰ 68 ਤੀਰਥਾਂ ਦੇ ਇਸ਼ਨਾਨ ਦਾ ਫਲ ਮਿਲ ਗਿਆ। ਸੁਣੇ ਪੜ੍ਹ ਪੜ੍ਹ ਪਾਵਹਿ ਮਾਨ। ਮਨੁੱਖ ਕਿਤਾਬਾਂ ਪੜ੍ਹ ਪੜ੍ਹ ਕੇ ਸੰਸਾਰ 'ਚ ਆਦਰ ਮਾਣ ਪ੍ਰਾਪਤ ਕਰਦਾ ਹੈ। ਠੀਕ ਹੈ ਵੀ ਬੜਾ ਪੜ੍ਹਿਆ ਲਿਖਿਆ ਜੀ, ਬੜਾ ਕੁਆਲੀਫਾਈਡ ਹੈ ਜੀ, ਬੜਾ ਇਸ ਨੂੰ ਗਿਆਨ ਹੈ ਜੀ, ਲੋਕ ਆਦਰ ਮਾਣ ਕਰਦੇ ਨੇ। ਅਤੇ ਗੁਰੂ ਮਹਾਰਾਜ ਕਹੇ ਤੁਸੀਂ ਪਰਮਾਤਮਾ ਦੇ ਨਾਮ ਨੂੰ ਸੁਣ ਲਓ। ਪਰਮਾਤਮਾ ਦਾ ਨਾਮ ਸੁਣ ਕੇ ਜੋ ਕਿਤਾਬਾਂ ਪੜ੍ਹਨ ਵਾਲਿਆਂ ਨੂੰ ਮਾਣ ਮਿਲਿਆ, ਆਦਰ ਮਾਣ, ਉਹ ਤਾਂ ਪਰਮਾਤਮਾ ਦਾ ਨਾਮ ਸੁਣ ਕੇ ਤੁਹਾਨੂੰ ਆਦਰ ਮਾਣ ਮਿਲ ਜਾਏਗਾ। ਕਿਉਂਕਿ ਜਿਹੜਾ ਨਾਮ ਜਪ ਰਿਹਾ ਅਤੇ ਸੁਣ ਰਿਹਾ, ਸਮਾਂ ਪਾ ਕੇ ਉਹਦਾ ਸਤਿਕਾਰ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸ ਲਈ ਪੜ੍ਹ ਪੜ੍ਹ ਕੇ ਕਿਤਾਬਾਂ ਪੜ੍ਹ ਕੇ ਤੁਹਾਨੂੰ ਆਦਰ ਮਾਣ ਮਿਲਣਾ ਨਾ, ਉਹ ਤਾਂ ਪਰਮਾਤਮਾ ਦਾ ਨਾਮ ਸੁਣ ਸੁਣ ਕੇ ਹੀ ਆਦਰ ਮਾਣ ਮਿਲ ਜਾਣਾ ਹੈ। ਸੁਣੇ ਲਾਗੈ ਸਹਿਜ ਧਿਆਨ। ਪਰਮਾਤਮਾ ਦਾ ਨਾਮ ਸੁਣਨ ਨਾਲ, ਬਾਣੀ ਸੁਣਨ ਨਾਲ ਸਹਿਜ ਸੁਭਾਅ, ਸਹਿਜ ਸੁਭਾਅ ਹੀ ਪਰਮਾਤਮਾ ਨਾਲ ਧਿਆਨ ਜੁੜ ਜਾਂਦਾ ਹੈ। ਸੁਣੀ ਜਾਓ, ਧਿਆਨ ਨਾਲ ਸੁਣੀ ਜਾਓ, ਧਿਆਨ ਨਾਲ ਸੁਣੀ ਜਾਓ, ਆਪੇ ਪਰਮਾਤਮਾ ਨਾਲ ਧਿਆਨ ਜੁੜ ਜਾਂਦਾ ਹੈ। ਕਿਉਂਕਿ ਧਿਆਨ ਲਾਉਣ ਦਾ ਸੁਭਾਅ ਹੋ ਗਿਆ ਹੈ। ਅੱਜ ਤਾਂ ਸਾਡੀ ਆਦਤ ਹੀ ਨਹੀਂ। ਅਸੀਂ ਕੋਸ਼ਿਸ਼ ਕਰਕੇ ਵੀ ਧਿਆਨ ਲਾਉਣ ਨਾਲ ਬਾਣੀ ਨਹੀਂ ਪੜ੍ਹਦੇ, ਧਿਆਨ ਨਾਲ ਨਾਮ ਨਹੀਂ ਜਪਦੇ।
ਇਸ ਲਈ ਸਾਨੂੰ ਫਲ ਨਹੀਂ ਮਿਲਦਾ ਪੂਰਾ। ਫਲ ਉਨਾ ਹੀ ਮਿਲਣਾ ਜਿੰਨਾ ਧਿਆਨ ਹੈ ਸਾਡਾ। ਮਹਾਨਤਾ ਸਾਰੀ ਧਿਆਨ ਦੀ ਹੈ। ਧਿਆਨ ਨੂੰ ਹੀ ਇੰਗਲਿਸ਼ 'ਚ ਮੈਡੀਟੇਸ਼ਨ ਕਹਿੰਦੇ ਨੇ। ਮੈਡੀਟੇਸ਼ਨ ਧਿਆਨ ਹੀ ਐਕਚੁਅਲੀ। ਸੋ ਮਹਾਨਤਾ ਧਿਆਨ ਦੀ ਹੈ। ਧਿਆਨ ਨਾਲ ਵੇਖੋ, ਧਿਆਨ ਨਾਲ ਬੋਲੋ, ਧਿਆਨ ਨਾਲ ਸੁਣੋ, ਧਿਆਨ ਨਾਲ ਚੱਲੋ, ਧਿਆਨ ਨਾਲ ਲਿਖੋ, ਧਿਆਨ ਨਾਲ ਡਰਾਈਵ ਕਰੋ। ਧਿਆਨ ਬੇਧਿਆਨੇ ਹੋਏ ਨਹੀਂ ਤੇ ਕੋਈ ਨਾ ਕੋਈ ਵਕਤ ਖੜਾ ਹੋਇਆ ਨਹੀਂ। ਆ ਜਿੰਨੀਆਂ ਦੁਰਘਟਨਾਵਾਂ ਹੋ ਰਹੀਆਂ ਇਹ ਬੇਧਿਆਨੇ ਹੋਣ ਕਾਰਨ। ਜਾਂ ਤਾਂ ਡਰਾਈਵਰ ਨੂੰ ਨੀਂਦ ਆ ਗਈ ਜਾਂ ਥੋੜ੍ਹਾ ਜਿਹਾ ਬੇਧਿਆਨਾ ਦੂਜੇ ਦੇ ਵਿੱਚ ਜਾ ਕੇ ਵੱਜਿਆ। ਜੇ ਆਪਾਂ ਨੂੰ ਹਰ ਕੰਮ ਧਿਆਨ ਨਾਲ ਕਰਨ ਦੀ ਆਦਤ ਪੈ ਜਾਏ ਤਾਂ ਕਈ ਵਾਰੀ ਫਿਰ ਝਿੜਕਾਂ ਵੀ ਪੈਂਦੀਆਂ। ਕਿੱਧਰ ਨੂੰ ਬੂਥਾ ਚੱਕਿਆ, ਧਿਆਨ ਨਾਲ ਤੁਰ। ਜਦੋਂ ਅਸੀਂ ਪੜ੍ਹਦੇ ਹੁੰਦੇ ਸੀ ਉਦੋਂ ਨਾ ਸਕੂਲ 'ਚ ਟਾਟ ਕੋਈ ਨਹੀਂ ਸੀ ਹੁੰਦੇ। ਆਪਣੀ ਆਪਣੀ ਬੋਰੀ ਲੈ ਕੇ ਆਉਂਦੇ ਸੀ ਘਰੋਂ, ਵੀ ਜੇ ਬੋਰੀ ਆਪਣੀ ਬੋਰੀ ਵਿਛਾਓ ਤੇ ਬਹਿ ਜਾਓ, ਨਹੀਂ ਤੇ ਫਿਰ ਧਰਤੀ 'ਤੇ ਬੈਠੇ ਰਹੋ। ਕੋਈ ਨਹੀਂ ਸਨ ਟਾਟ ਹੁੰਦੇ। ਉਹ ਹਾਂ, ਇਹ ਮੈਂ ਨਰਕ ਅਤੇ ਸਵਰਗ ਤੁਹਾਨੂੰ ਦੋਨੋਂ ਦੱਸ ਰਿਹਾ। ਅੱਜ ਦਾ ਬੱਚਾ ਪੈਦਾ ਹੀ ਸਵਰਗ 'ਚ ਹੋਇਆ, ਉਹਨੂੰ ਪਤਾ ਹੀ ਨਹੀਂ ਨਰਕ ਕੀ ਹੁੰਦਾ। ਅਸੀਂ ਨਰਕ 'ਚ ਪੈਦਾ ਹੋਏ, ਬਾਅਦ 'ਚ ਸਵਰਗ ਸਾਨੂੰ ਮਿਲ ਗਿਆ। ਸਾਨੂੰ ਇਹ ਦੋਨਾਂ ਦਾ ਪਤਾ। ਸਵਰਗ ਦੀ ਕੀਮਤ ਹੀ ਤਾਂ ਹੁੰਦੀ ਜੇ ਪਹਿਲਾਂ ਨਰਕ ਵੇਖਿਆ ਹੋਵੇ। ਜੋ ਵੇਖਿਆ ਹੀ ਨਹੀਂ ਫਿਰ ਸਵਰਗ ਦਾ ਕਿਆ ਪਤਾ ਸਵਰਗ ਹੈ ਜੀ। ਇਹ ਕੀ ਪਤਾ ਸਵਰਗ ਹੈ। ਜਾਂ ਧਰਤੀ 'ਤੇ ਬੈਠੋ ਅਤੇ ਜਾਂ ਫਿਰ ਆਪਣੀ ਬੋਰੀ ਆਪ ਘਰੋਂ ਲੈ ਕੇ ਆਓ। ਬੋਰੀ ਘਰੋਂ ਲੈ ਜਾਣੀ, ਬੈਠੇ ਹਾਂ। ਦੁਆਤਾ ਉਦੋਂ ਜਿਹੜੀ ਅਸੀਂ ਕਾਲੀ ਸਿਆਹੀ ਹੁੰਦੀ ਸੀ, ਦੁਆਤਾ ਕਾਲੀ ਸਿਆਹੀ ਹੁੰਦੀ ਅਤੇ ਕਲਮ ਨਾਲ ਲਿਖਿਆ ਕਰਦੇ ਸੀ। ਹੁਣ ਬੱਚੇ ਨੇ ਕਿਸੇ ਨੂੰ ਪਿਸ਼ਾਬ ਆ ਗਿਆ ਜਾਂ ਪਾਣੀ ਪੀਣਾ, ਉਹ ਕਰਨਾ ਵੀ ਮੈਂ ਜੀ ਪਾਣੀ ਪੀਆ, ਟੀਚਰ ਕੇ ਜਾ ਬਈ। ਹੁਣ ਉਹਨੇ ਬੂਥਾ ਉੱਪਰ ਨੂੰ ਚੁੱਕਿਆ, ਹੇਠੋਂ ਦੁਆਤ ਨੂੰ ਵੱਜਣਾ ਠੁੱਡਾ, ਉਹ ਸਿਆਹੀ ਦੂਜੇ ਦੇ ਕੱਪੜਿਆਂ 'ਤੇ ਡੁੱਲ ਜਾਣੀ। ਫਿਰ ਉਹਨੇ ਟੀਚਰ ਨੇ ਫਿਰ ਉਹਦਾ ਕਟਾਪਾ ਕਰਨਾ ਵੀ ਨਾਲੇ ਤੂੰ ਉਹਦੀ ਸਿਆਹੀ ਡੋਲੀ, ਨਾਲੇ ਕੱਪੜੇ ਲਪੇੜੇ ਨੇ। ਧਿਆਨ ਨਾਲ ਕਿਉਂ ਨਹੀਂ ਤੁਰਿਆ? ਇਹੀ ਮੈਂ ਤਮਾਸ਼ਾ ਵੇਖਦਾ ਰਹਿੰਦਾ ਹੁੰਦਾ ਸੀ। ਇਸ ਲਈ ਜੋ ਕੰਮ ਵੀ ਕਰੋ ਉਸਨੂੰ ਧਿਆਨ ਨਾਲ ਕਰੋ। ਧਿਆਨ ਦੀ ਮਹਾਨਤਾ ਸਾਰੀ। ਇਸ ਲਈ ਜੇ ਅਸੀਂ ਧਿਆਨ ਨਾਲ ਸੁਣਦੇ ਰਹੀਏ, ਸਹਿਜ ਸੁਭਾਅ ਸਾਡਾ ਪਰਮਾਤਮਾ ਨਾਲ ਧਿਆਨ ਜੁੜ ਜਾਏਗਾ। ਨਾਨਕ ਭਗਤਾਂ ਸਦਾ ਵਿਗਾਸ। ਭਗਤ ਬਣੇ ਹੀ ਸਨ ਨਾਮ ਜਪ ਜਪ ਕੇ ਅਤੇ ਨਾਮ ਸੁਣ ਸੁਣ ਕੇ ਉਹ ਭਗਤ ਬਣ ਗਏ। ਇਸ ਲਈ ਭਗਤਾਂ ਦੇ ਮਨ 'ਚ ਸਦਾ ਹੀ ਖੇੜਾ ਰਹਿੰਦਾ। ਉਹ ਸਦਾ ਹੀ ਖੁਸ਼ ਰਹਿੰਦੇ, ਆਨੰਦ 'ਚ ਰਹਿੰਦੇ ਨੇ। ਸੁਣੇ ਦੁੱਖ ਪਾਪ ਕਾ ਨਾਸ। ਪਰਮਾਤਮਾ ਦਾ ਨਾਮ ਸੁਣਨ ਨਾਲ ਦੁੱਖਾਂ ਪਾਪਾਂ ਦਾ ਨਾਸ ਹੋ ਜਾਂਦਾ ਹੈ। ਕਹਿੰਦੇ ਸੁਣੇ, ਆਮ ਪੜ੍ਹਦੇ ਨੇ ਪਾਠੀ, ਸੁਣੇ ਸਰਾਂ ਗੁਣਾ ਕੇ ਗਾ। ਇਹ ਸਰਾਂ ਨਹੀਂ ਹੈ, ਇਹ ਫਾਰਸੀ ਦਾ ਅਰਬੀ ਦਾ ਸ਼ਬਦ ਹੈ ਸ਼ਰਾ। ਸੱਸੇ ਦੇ ਪੈਰ 'ਚ ਬਿੰਦੀ ਲਾ ਕੇ ਪੜ੍ਹਨਾ ਸ਼ਰਾ। ਇੱਕ ਧਰਮ ਹੁੰਦਾ ਹੈ, ਇੱਕ ਧਾਰਮਿਕ ਮਰਿਆਦਾ ਹੁੰਦੀ ਹੈ ਜਿਹਨੂੰ ਰਹਿਤ ਮਰਿਆਦਾ ਕਹਿੰਦੇ ਨੇ। ਸ਼ਰਾ ਹੁੰਦੀ ਹੈ ਰਹਿਤ ਮਰਿਆਦਾ। ਜਦੋਂ ਮਨੁੱਖ ਪਰਮਾਤਮਾ ਦਾ ਨਾਮ ਸੁਣਦਾ ਰਹਿੰਦਾ, ਉਹਨੂੰ ਧਰਮ ਦੀ ਰਹਿਤ ਮਰਿਆਦਾ ਗੁਣ ਅਤੇ ਧਰਮ ਦੇ ਗੁਣ ਗਾ ਹੁੰਦਾ ਧਾਰਨੀ ਹੋਣਾ। ਉਹ ਰਹਿਤ ਮਰਿਆਦਾ ਅਤੇ ਧਾਰਮਿਕ ਗੁਣਾਂ ਦਾ ਧਾਰਨੀ ਹੋ ਜਾਂਦਾ ਸੁਣ ਸੁਣ ਕੇ ਹੀ। ਸੁਣ ਕੇ ਆਪੇ ਉਹਨੂੰ ਰਹਿਤ ਮਰਿਆਦਾ ਵੀ ਆ ਜਾਂਦੀ ਹੈ ਅਤੇ ਧਰਮ ਦੇ ਜਿਹੜੇ ਗੁਣ ਨੇ ਉਹ ਵੀ ਉਹਦੇ ਵਿੱਚ ਆਪਣੇ ਆਪ ਹੀ ਪ੍ਰਵੇਸ਼ ਕਰ ਜਾਂਦੇ। ਕਿਉਂਕਿ ਅੱਗੇ ਜਿਹੜੇ ਲਾਈਨ ਆ ਰਹੇ ਨਾ, ਸੁਣੇ ਸ਼ੇਖ ਪੀਰ ਪਾਤਸ਼ਾਹ, ਇਹ ਸਾਰੇ ਫਾਰਸੀ ਦੇ ਸ਼ਬਦ ਨੇ। ਇਸ ਲਈ ਜਿਹੜਾ ਸ਼ਰਾ ਹੈ ਉਹ ਵੀ ਫਾਰਸੀ ਦਾ ਸ਼ਬਦ ਹੈ। ਸ਼ਰਾ ਦਾ ਮਤਲਬ ਹੈ ਧਾਰਮਿਕ ਮਰਿਆਦਾ। ਧਰਮ ਦੀ ਮਰਿਆਦਾ, ਗੁਣ, ਧਰਮ ਦੇ ਗੁਣ। ਗਾ ਹੁੰਦਾ ਜਾਣੂ ਹੋ ਜਾਣਾ, ਉਹਨਾਂ ਨੂੰ ਧਾਰਨ ਕਰ ਲੈਣਾ। ਪਰਮਾਤਮਾ ਦਾ ਨਾਮ ਸੁਣਨ ਨਾਲ ਧਾਰਮਿਕ ਮਰਿਆਦਾ ਦਾ ਪਤਾ ਲੱਗ ਜਾਂਦਾ ਹੈ, ਧਰਮ ਦੇ ਗੁਣਾਂ ਦਾ ਪਤਾ ਲੱਗ ਜਾਂਦਾ। ਇਸ ਤੋਂ ਬੰਦਾ ਜਾਣੂ ਹੋ ਜਾਂਦਾ ਅਤੇ ਫਿਰ ਉਹਨਾਂ ਨੂੰ ਗ੍ਰਹਿਣ ਕਰ ਲੈਂਦਾ ਹੈ। ਸੁਣਿਆ ਸ਼ੇਖ ਪੀਰ ਪਾਤਸ਼ਾਹ। ਸ਼ੇਖ ਵਿਦਵਾਨ ਨੂੰ ਕਹਿੰਦੇ ਨੇ। ਮੁਸਲਮਾਨਾਂ ਦੇ ਵਿੱਚ ਜਿਹੜੇ ਸ਼ੇਖ ਦੀ ਜਨਪਤੀ ਦੇ ਵਿਦਵਾਨ ਨੂੰ ਕਹਿੰਦੇ ਨੇ। ਪੀਰ ਜਿਹੜਾ ਹੁੰਦਾ ਧਾਰਮਿਕ ਲੀਡਰ ਹੁੰਦਾ। ਜਿਹੜਾ ਧਾਰਮਿਕ ਲੀਡਰ ਹੁੰਦਾ ਉਹਨੂੰ ਕਹਿੰਦੇ ਨੇ ਪੀਰ।
ਪਾਤਸ਼ਾਹ ਆਪਾਂ ਜੇ ਰਾਜੇ ਨੂੰ ਕਹਿੰਦੇ ਬਾਦਸ਼ਾਹ ਪਾਤਸ਼ਾਹ। ਪਰਮਾਤਮਾ ਦਾ ਨਾਮ ਸੁਣਨ ਨਾਲ ਮਨੁੱਖ ਸ਼ੇਖ ਪੀਰ ਪਾਤਸ਼ਾਹ ਦੀ ਪਦਵੀ ਪ੍ਰਾਪਤ ਕਰ ਸਕਦਾ ਹੈ, ਕਿਉਂਕਿ ਜਿਹੜੇ ਸ਼ੇਖ ਨੇ ਉਹ ਵੀ ਨਾਮ ਜਪ ਜਪ ਕੇ ਹੀ ਹੋਏ, ਪੀਰ ਵੀ ਨਾਮ ਜਪ ਜਪ ਕੇ ਹੀ ਹੋਏ। ਇਸ ਲਈ ਉਹਨਾਂ ਦੀ ਪਦਵੀ ਪ੍ਰਾਪਤ ਹੋ ਸਕਦੀ ਹੈ ਜਿਹੜਾ ਧਿਆਨ ਨਾਲ ਪਰਮਾਤਮਾ ਦੇ ਨਾਮ ਨੂੰ ਸੁਣਦਾ ਰਹਿੰਦਾ ਹੈ। ਸੁਣੇ ਅੰਧੇ ਪਾਵੇਂ ਰਾਹ, ਇਹਨੂੰ ਰਾਹੋ ਨਹੀਂ ਪੜ੍ਹਨਾ, ਕਿਉਂਕਿ ਸ਼ਬਦ ਹੈ ਰਾਹ। ਇਹ ਜੀ ਫਲਾਣੇ ਪਾਸੇ ਨੂੰ ਕਿਹੜਾ ਰਾਹ ਜਾਂਦਾ, ਪਰ ਰਾਹ ਹੀ ਕਹਿੰਦਾ, ਰਾਹੋ ਨਹੀਂ ਕਹਿੰਦੇ। ਇਹ ਹਾਹੇ ਨੂੰ ਔਂਕੜ ਤੇ ਇਸ ਲਈ ਲਾਇਆ ਵੀ ਰਾਹ ਸ਼ਬਦ ਜਿਹੜਾ ਹੈ ਪੁਲਿੰਗ ਹੈ, ਰਸਤਾ ਪੁਲਿੰਗ ਹੈ, ਇਸ ਲਈ ਹਾਹੇ ਨੂੰ ਔਂਕੜ ਲਾਇਆ। ਦੂਸਰਾ ਰਾਹ ਇੱਕ ਵਚਨ ਹੈ, ਜੇ ਹਾਹੇ ਨੂੰ ਔਂਕੜ ਨਾ ਹੁੰਦਾ ਤਾਂ ਰਾਹ ਜਿਹੜਾ ਹੈ ਬਹੁਵਚਨ ਸ਼ਬਦ ਹੋ ਜਾਣਾ ਸੀ। ਇੱਕ ਵਚਨ ਬਣਾਉਣ ਲਈ ਫਿਰ ਅਖੀਰ 'ਤੇ ਔਂਕੜ ਲਾਇਆ ਹੋਇਆ। ਰਾਰਿਣ ਕਰਨਾ ਹਾਹੇ ਨੂੰ ਔਂਕੜ, ਇਹ ਤਾਂ ਸਿਰਫ ਅਰਥ ਦੱਸਦਾ ਹੈ, ਉਚਾਰਨ ਲਈ ਨਹੀਂ। ਜਿਵੇਂ ਨੰਨੇ ਨੂੰ ਕੰਨਾ, ਨੰਨਾ ਕੱਕੇ ਨੂੰ ਸਿਹਾਰੀ, ਨਾਨਕ ਉਚਾਰਨਾ ਨਾਨਕ, ਸਿਹਾਰੀ ਉਚਾਰੀ ਨਹੀਂ ਜਾਂਦੀ, ਸਿਰਫ ਅਰਥਾਂ ਲਈ ਹੁੰਦੀ ਹੈ। ਇਸ ਤਰ੍ਹਾਂ ਹਾਹੇ ਨੂੰ ਜਿਹੜਾ ਔਂਕੜ ਹੈ ਰਾਹ ਦਾ, ਇਹ ਉਚਾਰਨ ਲਈ ਨਹੀਂ, ਇਹ ਦੱਸਣ ਲਈ ਹੈ ਕਿ ਇੱਕ ਰਾਹ, ਇਸ ਲਈ ਇਹਨੂੰ ਰਾਹ ਪੜ੍ਹਨਾ। ਸੁਣੇ ਹਾਥ ਹੋਵੇ ਅਸਗਾ, ਇਹਨੂੰ ਅਸਗਾਹੋ ਨਹੀਂ ਬੋਲਣਾ, ਅਸਗਾ ਇੱਕ ਵਚਨ ਹੈ, ਇਸ ਲਈ ਹਾਹੇ ਨੂੰ ਔਂਕੜ ਲੱਗਾ ਹੈ। ਜਿਹਨੂੰ ਕਹਿੰਦੇ ਨੇ ਅਥਾ ਬੇਅੰਤ। ਸੁਣੇ ਅੰਧੇ ਪਾਵੇਂ ਰਾਹ, ਅੰਧੇ ਤੋਂ ਭਾ ਅੱਖਾਂ ਤੋਂ ਅੰਨੇ ਨਹੀਂ, ਅਗਿਆਨੀ ਤੋਂ ਮਤਲਬ ਹੈ। ਉਂਝ ਤੇ ਜਿਹੜਾ ਹੈ ਜਦੋਂ ਬੰਦਾ ਨਾਮ ਸੁਣੀ ਜਾਏ, ਜਪੀ ਜਾਏ, ਸੁਣੀ ਜਾਏ, ਜਪੀ ਜਾਏ, ਅੰਦਰ ਦਿਵ ਦ੍ਰਿਸ਼ਟੀ ਖੁੱਲ੍ਹ ਜਾਂਦੀ ਹੈ, ਅਤੇ ਫਿਰ ਅੰਨੇ ਨੂੰ ਵੀ ਪਤਾ ਲੱਗਣ ਲੱਗਦਾ ਹੈ। ਸੰਤ ਬਲਵੰਤ ਸਿੰਘ ਟਾਂਡਾ ਉੜਮੜ ਵਾਲੇ 1971-72 ਦੇ ਵਿੱਚ ਸਾਡੇ ਨਾਲ ਦੇ ਪਿੰਡ ਵਿੱਚ ਉਹਨਾਂ ਦੀਵਾਨ ਲਾਏ। ਉਹ ਜਿਨ੍ਹਾਂ ਦੇ ਘਰ ਉਹ ਠਹਿਰਦੇ ਸਨ, ਉਹਨਾਂ ਦੀ ਲੜਕੀ ਸਾਡੇ ਸਕੂਲ 'ਚ ਪੜ੍ਹਦੀ ਸੀ। ਉਹ ਮੈਨੂੰ ਕਹਿੰਦੀ, ਸਰ ਜੀ ਸਾਡੇ ਨਾਲ ਦੀਵਾਨ ਲੱਗੇ ਨੇ, ਮਹਾਂਪੁਰਖ ਆਏ ਨੇ, ਤੁਸੀਂ ਉਹਨਾਂ ਦੇ ਦਰਸ਼ਨ ਕਰਨੇ ਨੇ। ਮੈਂ ਕਰ ਲਾਂਗੇ ਵੀ। ਕਹਿੰਦੇ ਫਿਰ 1:30 ਵਜੇ ਛੁੱਟੀ ਹੋਏਗੀ, ਉਹਦੇ ਨਾਲ ਉੱਥੇ ਲੰਗਰ ਛਕ ਲਓ ਸਾਡੇ ਘਰ, ਨਾਲ ਉਹਨਾਂ ਨੂੰ ਮਿਲ ਲਿਓ। ਮੈਂ ਨਾਲ ਚਲਿਆ ਗਿਆ, ਆਪਣਾ ਸਾਈਕਲ ਲਿਆ, ਹੁਣ ਘਰ ਚਲਿਆ ਗਿਆ। ਉਹ ਸੂਰਮੇ ਸਿੰਘ ਸਨ। ਅੰਨੇ ਨੂੰ ਸਿੱਖ ਧਰਮ 'ਚ ਸੂਰਮਾ ਸਿੰਘ ਕਹਿੰਦੇ, ਸਤਿਕਾਰ ਵਜੋਂ ਵੀ ਇਹ ਅੰਨਾ ਚੰਗਾ ਨਹੀਂ ਲੱਗਦਾ। ਹੁਣ ਜਿਵੇਂ ਹਰੀਜਨ ਸ਼ਬਦ ਹੋ ਗਿਆ ਹੈ, ਵੀ ਬਜਾਏ ਕਿਸੇ ਨੂੰ ਚੂੜਾ ਚਿਮਿਆਰ ਕਹਿਣ ਨਾਲੋਂ ਹਰੀਜਨ ਸ਼ਬਦ ਹੋ ਗਿਆ, ਥੋੜ੍ਹੇ ਸਤਿਕਾਰਯੋਗ ਹੈ, ਵੀ ਭੈੜਾ ਲੱਗਦੇ ਉਹਨੂੰ ਇਸ ਤਰ੍ਹਾਂ ਕਿਹਾ ਹੋਇਆ। ਬਾਲਮੀਕ ਹੋ ਗਏ, ਹਰੀਜਨ ਹੋ ਗਏ। ਹਾਲਾਂਕਿ ਸਮਝਣ ਵਾਲੇ ਤਾਂ ਪਤਾ ਹੀ ਹੈ ਵੀ ਕੀ ਜਾਤ ਹੈ, ਪਰ ਉਹ ਸਤਿਕਾਰ ਵਜੋਂ ਸ਼ਬਦ ਜਿਹੜੇ ਬਦਲ ਗਏ ਨੇ। ਅਤੇ ਉਸ ਜਨਮ ਤੋਂ ਹੀ ਸੂਰਮੇ ਸਿੰਘ ਸਨ। ਜਦੋਂ ਮੈਂ ਉਹਨਾਂ ਨੂੰ ਮੱਥਾ ਟੇਕਿਆ, ਮੈਨੂੰ ਕਹਿੰਦੇ ਆਓ ਜੀ ਪੰਡਿਤ ਜੀ। ਮੈਂ ਬੜਾ ਹੈਰਾਨ ਹਾਂ ਵੀ ਮੈਂ ਤਾਂ ਅੰਮ੍ਰਿਤ ਧਾਰੀ ਹਾਂ, ਮੇਰੇ ਉੱਤੋਂ ਦੀ ਕਿਰਪਾਨ ਪਾ ਰਹੀ ਹੈ। ਇਹ ਮੈਨੂੰ ਪੰਡਿਤ ਜੀ ਕਹਿੰਦੇ। ਚਲੋ ਮੈਂ ਕੁਛ ਨਹੀਂ ਕਿਹਾ, ਗੱਲਾਂ ਬਾਤਾਂ ਕਰਦਾ ਰਿਹਾ। ਅਗਲੇ ਦਿਨ ਹੁਣ ਮੈਂ ਫੇਰ ਮਿਲਣ ਗਿਆ, ਜਦੋਂ ਮੈਂ ਮੱਥਾ ਟੇਕਿਆ ਕਹਿੰਦੇ ਆਓ ਜੀ ਪੰਡਿਤ ਜੀ। ਉਦੋਂ ਕੁਦਰਤੀ ਹੋਰ ਸੰਗਤ ਨਹੀਂ ਸੀ, ਘਰ ਦੇ ਜੀ ਸਨ। ਮੈਂ ਬਾਬਾ ਜੀ ਵੀ ਤੁਸੀਂ ਮੈਨੂੰ ਪੰਡਿਤ ਜੀ ਕਿਉਂ ਕਹਿੰਦੇ, ਮੈਂ ਤਾਂ ਅੰਮ੍ਰਿਤ ਧਾਰੀ ਹਾਂ। ਕਹਿੰਦੇ ਭਾਈ ਅਸੀਂ ਤੇਰਾ ਪਿਛਲਾ ਜੀਵਨ ਵੇਖਿਆ, ਉਹ ਵੇਖ ਕੇ ਤੈਨੂੰ ਪੰਡਿਤ ਜੀ ਕਹਤੇ। ਤੂੰ ਫਲਾਣੇ ਮੰਦਰ ਦਾ ਪੁਜਾਰੀ ਹੋਇਆ ਕਰਦੇ ਸੀ, ਤੂੰ ਸ਼ਿਵ ਜੀ ਦਾ ਭਗਤ ਰਿਹਾ ਹੈ। ਤੇਰਾ ਵੇਖ ਕੇ ਮਗਲਾ ਅਸੀਂ ਹੱਸਦੇ ਹਾਂ ਕਿ ਆਓ ਜੀ ਪੰਡਿਤ ਜੀ। ਮੈਂ ਵੀ ਉਹਨਾਂ ਨੂੰ ਕਹਿਣ ਲੱਗਿਆ, ਮੈਂ ਜੀ ਫਿਰ ਇਸ ਜਨਮ 'ਚ ਕੀ ਕਰਨਾ? ਕਹਿੰਦੇ ਇਸ ਜਨਮ 'ਚ ਉਹੀ ਕੁਛ ਹੀ ਕਰਨਾ। ਉਹ ਤਾਂ ਮੈਂ ਟੀਚਰ ਲੱਗਾ ਸੀ, ਮੈਨੂੰ ਚੇਤਾ ਵੀ ਨਹੀਂ ਹਾਂ ਵੀ ਆਹ ਵੀ ਹੋਊਗਾ। ਕਹਿੰਦੇ ਮੈਂ ਕਿਹਾ ਜੀ ਫਿਰ ਇਸ ਜਨਮ 'ਚ ਕੀ ਕਰਨਾ? ਕਹਿੰਦੇ ਉਹੀ ਕੁਛ ਹੀ ਕਰਨਾ ਜੋ ਪਿਛਲੇ ਜਨਮ 'ਚ ਕੀਤਾ। ਬਾਅਦ 'ਚ ਮੈਨੂੰ ਪਤਾ ਲੱਗ ਵੀ ਇਹ ਤਾਂ ਸੂਰਮੇ ਸਿੰਘ ਨੇ। ਫਿਰ ਹੌਲੀ ਪਤਾ ਲੱਗੀ ਉਹ। ਫਿਰ ਚਲੋ ਹੌਲੀ ਹੌਲੀ ਉਹਨਾਂ ਦੇ ਆਉਣ ਜਾਣ ਹੋ ਗਿਆ। ਕਈ ਸਾਲ ਇੱਕ ਆਉਂਦੇ ਜਾਂਦੇ ਰਹੇ। ਫਿਰ ਮੈਂ ਉਹਨਾਂ ਨੂੰ ਪੁੱਛਿਆ, ਮੈਂ ਬਾਬਾ ਜੀ
ਕੀ ਤੁਸੀਂ ਜਨਮ ਤੋਂ ਹੀ ਸੂਰਮੇ ਸਿੰਘ ਹੋ? ਹਾਂ ਕਹਿੰਦੇ ਮਾਸਟਰ ਜਨਮ ਤੋਂ ਹੀ ਹਾਂ। ਅਤੇ ਮੈਂ ਫਿਰ ਤੁਹਾਡੀ ਦਿਵ ਦ੍ਰਿਸ਼ਟੀ ਇਹ ਕਿਵੇਂ ਖੁੱਲ੍ਹੀ? ਕਹਿੰਦੇ ਭਾਈ ਮੇਰੇ ਮਾਂ ਪਿਓ ਨੇ ਸੋਚਿਆ ਵੀ ਕਿੱਥੇ ਲੋਕਾਂ ਅੱਗੇ ਹੱਥ ਅੜਦਾ ਰਹੇਗਾ, ਵੀ ਇਹਨੂੰ ਨਾ ਗੁਰਦੁਆਰੇ ਕੀਰਤਨ ਸਿਖਾ ਦਿੰਦੇ, ਆਪਣਾ ਕਮਾ ਕੇ ਖਾ ਲੇਗਾ। ਕਹਿੰਦੇ ਗੁਰਦੁਆਰੇ ਜਿਹੜਾ ਗ੍ਰੰਥੀ ਸਿੰਘ ਸੀ ਉਹ ਬਹੁਤ ਚੰਗਾ ਬੰਦਾ ਸੀ, ਮੇਰੇ ਪਿਤਾ ਜੀ ਮੈਂ ਉਹਦੇ ਕੋਲ ਛੱਡਿਆ। ਹੁਣ ਉਹਨੇ ਮੈਨੂੰ ਵਾਜਾ ਵੀ ਸਿਖਾਉਣਾ ਸ਼ੁਰੂ ਕਰਤਾ, ਨਾਲ ਸ਼ਬਦ ਵੀ ਯਾਦ ਕਰਾਉਣੇ ਸ਼ੁਰੂ ਕਰਤੇ। ਇੱਕ ਲਾਈਨ ਬੋਲਿਆ ਕਰੇ, ਮੈਂ ਦੁਹਰਾ ਮਨ 'ਚ ਫਿਰ ਮੈਂ ਬੋਲਿਆ ਕਰਾਂ ਹਾਂ ਜੀ ਆਹ ਹੈ। ਇਸ ਤਰ੍ਹਾਂ ਮੈਂ ਸ਼ਬਦ ਯਾਦ ਕਰਨੇ ਸ਼ੁਰੂ ਕਰਤੇ ਅਤੇ ਕੀਰਤਨ ਸਿੱਖਣਾ ਸ਼ੁਰੂ ਕਰਤਾ। ਉਹਨੇ ਦੇਖਿਆ ਵੀ ਇਹਦੀ ਯਾਦ ਸ਼ਕਤੀ ਬੜੀ ਤੇਜ਼ ਹੈ। ਉਹਨਾਂ ਨੇ ਕਹਿੰਦੇ ਮੈਨੂੰ ਨਾਲ ਬਾਣੀ ਯਾਦ ਕਰਾਉਣੀ ਸ਼ੁਰੂ ਕਰਤੀ। ਮੈਂ ਨਿਤਨੇਮ, ਸੁਖਨੀ ਸਦਾ ਪਾਠ, 12 ਮਾਹਾਂ, ਇਸ ਤਰ੍ਹਾਂ ਕਿੰਨੀਆਂ ਬਾਣੀ ਮੂੰਹ ਜ਼ਬਾਨੀ ਯਾਦ ਕਰ ਲਈਆਂ। ਇੱਕ ਦਿਨ ਉਹਦੇ ਮਨ 'ਚ ਪਤਾ ਨਹੀਂ ਕੀ ਆਇਆ, ਕਹਿੰਦੇ ਤੁਹਾਨੂੰ ਨਾ ਅਸੀਂ ਗੁਰੂ ਗ੍ਰੰਥ ਸਾਹਿਬ ਵੀ ਯਾਦ ਕਰਾ ਦਿੰਦੇ। ਕਿ ਉਹਨਾਂ ਨੇ ਮੈਨੂੰ ਗੁਰੂ ਗ੍ਰੰਥ ਸਾਹਿਬ ਯਾਦ ਕਰਾਉਣਾ ਸ਼ੁਰੂ ਕਰਤਾ। ਜਦੋਂ 800 ਸਫ਼ੇ ਗੁਰੂ ਗ੍ਰੰਥ ਦੇ ਮੈਂ ਯਾਦ ਕਰ ਲੈਣਾ ਮੂੰਹ ਜ਼ਬਾਨੀ, ਕਹਿੰਦੇ ਮੈਨੂੰ ਨਾ ਮੇਰੀ ਦਿਵ ਦ੍ਰਿਸ਼ਟੀ ਖੁੱਲ੍ਹ ਗਈ। ਮੈਨੂੰ ਦਿਸਣ ਲੱਗ ਗਿਆ ਫਲਾਣ ਤਾਂ ਕੀ ਹੋ ਰਿਹਾ, ਆਹ ਕੀ ਹੋ ਰਿਹਾ ਸਾਰਾ ਹੈ। ਫਿਰ ਉਹ ਬੜਾ ਸਿਆਣਾ ਬੰਦਾ ਸੀ, ਕਹਿੰਦਾ ਜੀ ਹੁਣ ਤੁਸੀਂ ਹੋ ਗਏ ਹੋ ਸੰਤ, ਹੁਣ ਤੁਹਾਨੂੰ ਬਾਣੀ ਵੀ ਬਹੁਤ ਆ ਗਈ ਹੈ, ਮੂੰਹ ਜ਼ਬਾਨੀ ਕੀਰਤਨ ਵੀ ਆ ਗਿਆ, ਹੁਣ ਤੁਸੀਂ ਦੀਵਾਨ ਲਾਇਆ ਕਰੋ। ਅਤੇ ਕਹਿੰਦੇ ਭਾਈ ਫਿਰ ਅਸੀਂ ਇਹ ਦੀਵਾਨ ਲਾਉਣੇ ਸ਼ੁਰੂ ਕਰ ਦਿੱਤੇ। ਸੋ ਅੰਨਾ ਹੈ, ਅੰਨੇ ਨੂੰ ਵੀ ਸੋਝੀ ਹੋ ਜਾਂਦੀ ਹੈ, ਪਰ ਇਹ ਤਾਂ ਇੱਥੇ ਅੰਧੇ ਤੋਂ ਭਾਵ ਹੈ ਅਗਿਆਨੀ। ਸੁਣੇ ਅੰਧੇ ਭਾਵੇਂ ਰਾਹ, ਜਿਹੜੇ ਪਰਮਾਤਮਾ ਦਾ ਨਾਮ ਸੁਣਦੇ ਰਹਿੰਦੇ ਨੇ, ਬਾਣੀ ਸੁਣਦੇ ਰਹਿੰਦੇ ਨੇ, ਉਹ ਅਗਿਆਨੀ ਲੋਕ ਵੀ ਜੀਵਨ ਦਾ ਸਹੀ ਰਸਤਾ ਪ੍ਰਾਪਤ ਕਰ ਲੈਂਦੇ। ਇਸ ਵੇਲੇ ਦੇ ਲੋਕ ਰਾਹ ਤੋਂ ਖੁੰਝੇ ਹੋਏ ਨੇ, ਸਹੀ ਰਾਹ 'ਤੇ ਸੰਸਾਰ ਨਹੀਂ ਚੱਲ ਰਿਹਾ, ਉੱਠੇ ਕੰਮਾਂ ਵੱਲ ਜਾ ਰਹੇ ਹਨ, ਸਹੀ ਰਾਹ ਹੀ ਭੁੱਲ ਗਏ ਨੇ। ਜਦੋਂ ਅਸੀਂ ਪਰਮਾਤਮਾ ਦਾ ਨਾਮ ਸੁਣਦੇ ਰਹਿੰਦੇ ਹਾਂ, ਸੁਣਦੇ ਰਹਿੰਦੇ ਹਾਂ, ਸੁਣਦੇ ਰਹਿੰਦੇ ਹਾਂ, ਤਾਂ ਸਾਡਾ ਜਿਹੜੀ ਅਗਿਆਨਤਾ ਹੈ ਨਾ ਇਹ ਦੂਰ ਹੋ ਜਾਂਦੀ ਹੈ ਅਤੇ ਸਾਨੂੰ ਜ਼ਿੰਦਗੀ ਦਾ ਸਹੀ ਰਸਤਾ ਪ੍ਰਾਪਤ ਹੋ ਜਾਂਦਾ ਹੈ। ਸੁਣੇ ਹਾਥ ਹੋਵੇ ਅਸਗਾ, ਅਸਗਾ ਅਥਾਹ ਨੂੰ ਕਹਿੰਦੇ। ਅਥਾਹ ਸਮੁੰਦਰ ਵੀ ਹੁੰਦਾ, ਇੱਥੇ ਹੈ ਪਰਮਾਤਮਾ। ਹਾਥ ਹੁੰਦਾ ਗਿਆਨ ਹੋਣਾ। ਪਰਮਾਤਮਾ ਦਾ ਨਾਮ ਸੁਣ 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 ਕੇ ਪਰਮਾਤਮਾ ਜੋ ਅਥਾਹ ਹੈ, ਜੋ ਅਸਗਾਹ ਹੈ, ਉਹਦਾ ਹਾਥ, ਉਹਦਾ ਪਤਾ ਲੱਗ ਜਾਂਦਾ, ਪਰਮਾਤਮਾ ਬਾਰੇ ਗਿਆਨ ਹੋ ਜਾਂਦਾ। ਸਿਰਫ ਸੁਣ ਸੁਣ ਕੇ ਹੀ। ਸੁਣਨ ਦੀ ਇੰਨੀ ਜ਼ਿਆਦਾ ਮਹਾਨਤਾ ਹੈ ਕਿ ਤੁਸੀਂ ਨਾਮ ਸੁਣੀ ਜਾਓ, ਬਾਣੀ ਸੁਣੀ ਜਾਓ, ਪਰਮਾਤਮਾ ਜੋ ਅਥਾਹ ਹੈ, ਜੋ ਬੇਅੰਤ ਹੈ, ਉਹਦਾ ਥਾਂ ਪਤਾ ਲੱਗ ਜਾਏਗਾ, ਉਹਦੇ ਬਾਰੇ ਗਿਆਨ ਹੋ ਜਾਏਗਾ। ਨਾਨਕ ਭਗਤਾਂ ਸਦਾ ਵਿਗਾਸ, ਇਸ ਜਿਹੜੇ ਭਗਤ ਨੇ ਉਹ ਤਾਂ ਸਦਾ ਹੀ ਖਿੜੇ ਰਹਿੰਦੇ ਹਨ। ਕਿਉਂ? ਨਾਮ ਸੁਣ 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 ਕੇ ਉਹਨਾਂ ਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਗਈ, ਅਤੇ ਪਰਮਾਤਮਾ ਦੀ ਪ੍ਰਾਪਤੀ ਹੋਣ ਤੋਂ ਬਾਅਦ ਇੱਕ ਸਹਿਜ ਅਵਸਥਾ ਮਨੁੱਖ 'ਤੇ ਆ ਜਾਂਦੀ ਹੈ। ਦੁੱਖ ਆਓ, ਸੁੱਖ ਆਓ, ਖੁਸ਼ੀ ਆਓ, ਗਮੀ ਆਓ, ਅਮੀਰੀ ਆਓ, ਗਰੀਬੀ ਆਓ, ਉਹ ਜਿਹੜੇ ਇੱਕ ਸਾਰ ਰਹਿੰਦੇ ਨੇ। ਕਿਉਂ? ਉਹ ਪਰਮਾਤਮਾ ਦੀ ਰਜ਼ਾ 'ਚ ਆ ਜਾਂਦੇ ਹਨ। ਉਹਨਾਂ ਨੂੰ ਹੁੰਦਾ ਪਰਮਾਤਮਾ ਜੋ ਕਰ ਰਿਹਾ ਉਹ ਠੀਕ ਕਰ ਰਿਹਾ। ਜਿਵੇਂ ਇੱਕ ਸੱਸ ਆਪਣੀ ਨੂੰਹ ਨੂੰ ਕਹਿੰਦੀ, ਜੇ ਤੂੰ ਕੁੜੀ ਜੰਮੀ ਨਾ ਮੈਂ ਤੈਨੂੰ ਘਰੋਂ ਕੱਢ ਦੇਣਾ। ਉਹ ਕਹਿੰਦੇ ਕੁੜੀ ਮੁੰਡਾ ਜੰਮਣਾ ਮੇਰੇ ਵਾਸਤੇ ਕੋਈ? ਇਹ ਤਾਂ ਪਰਮਾਤਮਾ ਜਿਹੜਾ ਬੱਚਾ ਭੇਜੇਗਾ ਸਵੀਕਾਰ ਕਰਨਾ ਪੈਣਾ ਹੈ। ਘਰ ਵਾਲਾ ਤਾਂ ਕਹਿੰਦੇ ਠੀਕ ਹੈ, ਘਰ ਵਾਲਾ ਪੜ੍ਹੇ ਲਿਖੇ, ਉਹਨੂੰ ਗਿਆਨ ਹੈ ਵੀ ਇਸ ਤਰ੍ਹਾਂ ਥੋੜ੍ਹੇ ਵੀ। ਫਿਰ ਤਾਂ ਜੇ ਸਾਰੇ ਮੁੰਡੇ ਮੰਗਣ ਲੱਗ ਜਾਣ ਫਿਰ ਤਾਂ ਕੁੜੀ ਹੋਵੇਗੀ ਨਹੀਂ, ਅਤੇ ਜੇ ਕੁੜੀ ਨਹੀਂ ਹੋਏਗਾ ਤਾਂ 50 ਸਾਲਾਂ ਸਾਰਾ ਸੰਸਾਰ ਹੀ ਖਤਮ ਹੋ ਜਾਏਗਾ। ਇਸ ਲਈ ਪਰਮਾਤਮਾ ਕੋਈ ਪਾਗਲ ਨਹੀਂ ਵੀ ਸਾਡੀ ਇਹ ਗੱਲਾਂ ਮੰਨੀ ਜਾਏ। ਨਹੀਂ ਤਾਂ ਇੱਕ ਵੀ ਜਨਾਨੀ ਇਹ ਨਹੀਂ ਚਾਹੁੰਦੀ ਕਿ ਉਹਦੇ ਘਰ ਲੜਕੀ ਹੋਵੇ। ਹਾਂ, ਪਹਿਲਾ ਲੜਕਾ ਹੋ ਜੇ ਫਿਰ ਦੂਜੀ ਲੜਕੀ ਭਾਵੇਂ ਜੇ ਉਹਨੂੰ ਤਾਂ ਸਾਰ ਲੈਂਦੇ ਨੇ, ਪਰ ਇਹ ਨਹੀਂ ਚਾਹੁੰਦੇ ਕਿ ਪਹਿਲੀ ਉਹਨਾਂ ਦੇ ਘਰ ਲੜਕੀ ਹੋਵੇ ਨਾ। ਪਰ ਉਹਨਾਂ ਦੀ ਥੋੜ੍ਹੀ ਚੱਲੇਗੀ। ਇਹ ਤਾਂ ਪਰਮਾਤਮਾ ਨੇ ਵੇਖਣਾ, ਉਹਨੇ ਇੱਕ ਇੱਕ ਨੂੰ ਨਹੀਂ ਵੇਖਣਾ ਹੈ, ਉਹਨੇ ਆਉਣ ਦਾ ਹੋਲ ਵੇਖਣਾ ਹੈ, ਉਹਨੇ ਸੰਸਾਰ ਚਲਾਉਣਾ ਹੈ।
ਇਸ ਲਈ ਗੁਰੂ ਮਹਾਰਾਜ ਕਹਿੰਦੇ ਨੇ ਜਿਹੜੇ ਪਰਮਾਤਮਾ ਦੇ ਭਗਤ ਹੁੰਦੇ ਨੇ ਉਹ ਉਹਦੀ ਰਜ਼ਾ 'ਚ ਰਹਿਣ ਕਰਕੇ ਸਦਾ ਖਿੜੇ ਰਹਿੰਦੇ ਨੇ, ਉਹ ਸਦਾ ਹੀ ਖੁਸ਼ ਰਹਿੰਦੇ ਨੇ। ਉਹਨਾਂ ਦੇ ਚਿਹਰੇ 'ਤੇ ਉਦਾਸੀ ਦੇ ਨਿਸ਼ਾਨ ਨਹੀਂ ਆਉਂਦੇ, ਉਹ ਚਿੰਤਤ ਨਹੀਂ ਵਿਖਾਈ ਦਿੰਦੇ ਹੈਗੇ, ਉਹ ਇੱਕ ਸਾਰ ਉਹਨਾਂ ਦਾ ਜੀਵਨ ਰਹਿੰਦਾ ਹੈ। ਗੁਰੂ ਅਰਜਨ ਦੇਵ ਨੇ ਜੇ ਤੱਤੀ ਤਵੀ 'ਤੇ ਬਿਠਾਇਆ ਤਾਂ ਉਹਨਾਂ ਦੇ ਚਿਹਰੇ 'ਚ ਕੋਈ ਫਰਕ ਨਹੀਂ ਪਿਆ ਹੈਗਾ, ਉਹ ਕੋਈ ਦੁੱਖ ਨਹੀਂ ਮੰਨ ਰਹੇ, ਉਹ ਕੋਈ ਜਹਾਂਗੀਰ ਨਾਲ ਨਾਰਾਜ਼ ਨਹੀਂ ਹੋ ਰਹੇ, ਉਸੇ ਤਰ੍ਹਾਂ ਹੀ ਸਹਿਜ ਸੁਭਾਅ ਰਹੇ ਨੇ। ਭਾਵੇਂ ਤੱਤੀ ਤਵੀ 'ਤੇ ਬਿਠਾਇਆ, ਭਾਵੇਂ ਰੇਤ ਦੇ ਤੱਤੇ ਤੱਤੇ ਕੜਛੇ ਪਾਏ ਜਾ ਰਹੇ ਨੇ ਉੱਪਰ, ਉਹ ਐਨ ਸਹਿਜ ਅਵਸਥਾ ਡੋਲ ਬੈਠੇ ਹਨ। ਇਸ ਲਈ ਜਿਹੜੇ ਭਗਤ ਨੇ ਉਸ ਅਵਸਥਾ 'ਤੇ ਪਹੁੰਚ ਚੁੱਕੇ ਨੇ, ਇਸ ਲਈ ਉਹਦਾ ਮਨ ਸਦਾ ਹੀ ਖਿੜਿਆ ਰਹਿੰਦਾ ਹੈ। ਸੁਣਿਆ ਦੁੱਖ ਪਾਪ ਕਾ ਨਾਸ, ਪਰਮਾਤਮਾ ਦਾ ਨਾਮ ਸੁਣਨਾ, ਬਾਣੀ ਸੁਣਨਾ ਦੁੱਖਾਂ ਪਾਪਾਂ ਦਾ ਨਾਸ ਹੋ ਜਾਂਦਾ ਹੈ। ਕੱਲ੍ਹ ਮੈਂ ਦੱਸਿਆ ਕਿ ਜਿਹੜੇ ਪਾਪ ਨੇ, ਦੁੱਖ ਨੇ, ਇਹ ਸਾਡੇ ਆਪਣੇ ਹੀ ਕਰਮਾਂ ਦਾ ਨਤੀਜਾ ਹਨ। ਜਿਹੜੇ ਮਾੜੇ ਕੰਮ ਕੀਤੇ ਉਹਨਾਂ ਦਾ ਨਤੀਜਾ ਦੁੱਖ ਹੈ। ਮਾੜੇ ਕੰਮਾਂ ਨੂੰ ਕੀ ਕਹਿੰਦੇ ਨੇ? ਪਾਪ। ਇਹ ਪਾਪ ਕਰਮ ਕੀਤਾ ਜੀ। ਸੋ ਮਾੜੇ ਕੰਮਾਂ ਦਾ ਨਤੀਜਾ ਦੁੱਖ ਹੈ, ਚੰਗੇ ਕੰਮਾਂ ਦਾ ਨਤੀਜਾ ਸੁੱਖ ਹੈ। ਪੁੰਨ ਦਾਨ ਦਾ ਨਤੀਜਾ ਅਮੀਰੀ ਹੈ ਅਤੇ ਲੁੱਟਾਂ ਖੋਹਾਂ ਦਾ ਨਤੀਜਾ ਗਰੀਬੀ ਹੈ। ਗਰੀਬੀ ਹਰ ਕਰਮ ਭੋਗਣਾ ਪੈਂਦਾ ਹੈ। ਭਗਤਾਂ ਨੇ ਇੰਨੀ ਭਗਤੀ ਕੀਤੀ ਕਿ ਉਹਨਾਂ ਦੇ ਪਿਛਲੇ ਜਨਮਾਂ ਦੇ ਜਿੰਨੇ ਵੀ ਕੋਈ ਮਾੜੇ ਕਰਮ ਸਨ ਉਹ ਸਾਰੇ ਹੀ ਕੱਟ ਗਏ, ਕਿਉਂਕਿ ਬ੍ਰਹਮ ਗਿਆਨ ਹੋ ਜਾਣ ਤੋਂ ਬਾਅਦ ਜਿੰਨੇ ਵੀ ਸਾਡੇ ਕਰਮ ਬਾਕੀ ਰਹਿ ਗਏ ਨੇ ਭੋਗਣ ਵਾਲੇ, ਉਹ ਸਾਰੇ ਦੇ ਸਾਰੇ ਖਤਮ ਹੋ ਜਾਂਦੇ, ਉਹਨੂੰ ਉਹ ਸਾਰੇ ਦੇ ਸਾਰੇ ਕਰਮ ਸੜ ਜਾਂਦੇ ਨੇ। ਜਿਹੜੇ ਉਹ ਲਿਖਾ ਕੇ ਲਿਆ ਬ੍ਰਹਮ ਗਿਆਨੀ, ਉਹਨਾਂ ਨੂੰ ਬਦਲਦਾ ਨਹੀਂ ਹੈ, ਉਹਨਾਂ ਨੂੰ ਭੋਗ ਲੈਂਦਾ ਹੈ, ਉਹ ਭੋਗ ਲੈਂਦਾ ਹੈ, ਨਵਾਂ ਬਣਦਾ ਕੋਈ ਨਹੀਂ। ਇਸ ਲਈ ਉਹਦੇ ਕਰਮ ਖਤਮ ਹੋ ਜਾਂਦੇ ਨੇ ਅਤੇ ਉਹ ਸਰੀਰ ਤਿਆਗਣ ਤੋਂ ਬਾਅਦ ਸੱਚਖੰਡ ਚਲੇ ਜਾਂਦਾ। ਇਸ ਲਈ ਉਹ ਉਹਨਾਂ ਦੇ ਦੁੱਖਾਂ ਪਾਪਾਂ ਦਾ ਨਾਸ ਹੋ ਜਾਂਦਾ, ਉਹਨਾਂ ਨਾਮ ਹੀ ਇਤਨਾ ਜਪਿਆ ਹੁੰਦਾ ਹੈ। ਇਹ ਤਾਂ ਸੀ ਸੁਣੇ ਵਾਲੀ 4 ਪੌੜੀਆਂ। ਹੁਣ ਜੋ ਸੁਣੇ ਉਹਨੂੰ ਮੰਨਣਾ, ਮੰਨਣ ਦੀ ਆਪਣੀ ਮਹਾਨਤਾ ਹੈ। ਜੇ ਅਸੀਂ ਕਿਸੇ ਦੀ ਗੱਲ ਨੂੰ ਧਿਆਨ ਨਾਲ ਸੁਣਾਂਗੇ ਹੀ ਨਹੀਂ ਤਾਂ ਮੰਨਣ ਦੀ ਸੰਭਾਵਨਾ ਵੀ ਕੋਈ ਨਹੀਂ। ਮੰਨ ਲਓ ਮੈਂ ਕਿਹਦੀ ਗੱਲ ਸੁਣਦਾ ਹੀ ਨਹੀਂ ਤਾਂ ਮੰਨਾਂਗਾ ਕੀ? ਕਈ ਵਾਰੀ ਸੁਣ ਲੈਂਦਾ ਬੰਦਾ, ਮੰਨਦਾ ਨਹੀਂ ਹੈ, ਫਿਰ ਸੁਣ ਤਾਂ ਲੈਂਦਾ। ਬੱਚਾ ਸ਼ਰਾਰਤ ਕਰ ਰਿਹਾ, ਬਾਪ ਕਹਿੰਦਾ ਸ਼ਰਾਰਤਾਂ ਨਾ ਕਰ, ਉਹ ਫਿਰ ਵੀ ਕਰ ਰਿਹਾ, ਉਹ ਫਿਰ ਵੀ ਕਰ ਰਿਹਾ। ਇਹ ਨਹੀਂ ਕਿ ਉਹਨੂੰ ਸੁਣਿਆ ਨਹੀਂ, ਉਹਨੇ ਮੰਨਿਆ ਨਹੀਂ, ਸੁਣ ਤੇ ਉਹਨੂੰ ਗਿਆ। ਫਿਰ ਬਾਪ ਓਏ ਤੈਨੂੰ ਸੁਣਿਆ ਨਹੀਂ, ਸੁਣ ਤੇ ਗਿਆ। ਜਦੋਂ ਕਹੇ ਓਏ ਤੈਨੂੰ ਸੁਣਿਆ ਨਹੀਂ, ਬਾਪ ਤੂੰ ਮੇਰੀ ਗੱਲ ਮੰਨਦਾ ਕਿਉਂ ਨਹੀਂ? ਉੱਥੇ ਨਿਰਾ ਸੁਣੇ ਦੀ ਮਹਾਨਤਾ ਨਹੀਂ ਹੁੰਦੀ, ਸਭ ਤੋਂ ਵੱਧ ਮਹਾਨਤਾ ਮੰਨਣ ਦੀ ਹੁੰਦੀ। ਪਰ ਸੁਣਨ ਨਾਲ ਹੀ ਇੰਨਾ ਕੁਛ ਪ੍ਰਾਪਤ ਹੋ ਜਾਂਦਾ, ਦੇਖੋ ਕਿੰਨੇ। ਅਤੇ ਮੰਨਣ ਤਾਂ ਫਿਰ ਬਹੁਤ ਵੱਡੀ ਗੱਲ ਹੈ, ਕਿਉਂਕਿ ਸਾਇੰਸ ਅਤੇ ਧਰਮ ਇਹ ਦੋਨੋਂ ਪ੍ਰੈਕਟੀਕਲ 'ਤੇ ਖੜ੍ਹੇ ਨੇ। ਜੇ ਸਾਇੰਸ ਪ੍ਰੈਕਟੀਕਲ ਨਹੀਂ ਤਾਂ ਕੋਈ ਸਾਇੰਸ ਨਹੀਂ ਹੈ। ਧਰਮ ਦਾ ਵਿੱਚ ਅਸੀਂ ਪ੍ਰੈਕਟੀਕਲ ਨਹੀਂ ਕਰਦੇ, ਕੋਈ ਧਰਮ ਨਹੀਂ। ਧਰਮ ਰੱਟੇ ਲਾਉਣ ਲਈ ਨਹੀਂ ਵੀ ਹਾਂ ਜੀ ਬਾਣੀ ਪੜ੍ਹਨੀ ਆ ਗਈ ਜੀ, ਕੀਰਤਨ ਕਰਨਾ ਆ ਗਿਆ ਜੀ, ਕਥਾ ਕਰਨੀ ਆ ਗਈ ਜੀ, ਨਹੀਂ। ਜੋ ਪੜ੍ਹਿਆ ਉਸ ਨੂੰ ਮੰਨਣਾ, ਜੋ ਸੁਣੇ ਉਸ ਨੂੰ ਮੰਨਣਾ ਹੈ। ਮੰਨੇ ਤੋਂ ਬਿਨਾਂ ਕੋਈ ਧਰਮ ਨਹੀਂ ਹੈ। ਧਰਮ ਹੈ ਹੀ ਉਦੋਂ। ਹੁਣ ਧਰਮ ਕਹਿੰਦਾ ਗੁਰੂ ਧਾਰਨ ਕਰੋ, ਪੜ੍ਹ ਲਿਆ ਗੁਰੂ ਧਾਰਨ ਕਰੋ, ਸੁਣ ਵੀ ਲਿਆ ਗੁਰੂ ਧਾਰਨ ਕਰੋ, ਗੁਰੂ ਧਾਰਨ ਹੀ ਨਹੀਂ ਕਰਦਾ। ਪਿਓ ਜਿਹੜਾ ਸੁਣੇ ਪੜ੍ਹਿਆ ਉਹ ਐਵੇਂ ਹੀ ਹੈ, ਉਹ ਕਿਸੇ ਕੰਮ ਹੀ ਨਾ ਆਇਆ। ਜਿੰਨਾ ਚਿਰ ਅਸੀਂ ਉਹਦਾ ਪ੍ਰੈਕਟੀਕਲ ਨਹੀਂ ਕਰਦੇ, ਉਹਦਾ ਪ੍ਰਯੋਗ ਨਹੀਂ ਕਰਦੇ, ਉਹਨਾਂ ਚਿਰ ਸਾਡੀ ਜ਼ਿੰਦਗੀ ਪਰਿਵਰਤਨ ਨਹੀਂ ਆਇਆ ਕਰਦਾ। ਬਾਣੀ ਰਟਣ ਨਾਲ ਪਰਿਵਰਤਨ ਨਹੀਂ ਆਵੇਗਾ, ਬਾਣੀ ਨੂੰ ਮੰਨਣ ਨਾਲ ਆਵੇਗਾ। ਗੁਰੂ ਹੈ ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ, ਵੀ ਅੰਮ੍ਰਿਤ ਵੇਲੇ ਉਠੋ, ਨਾਮ ਜਪੋ, ਪਰਮਾਤਮਾ ਦੀ ਵਡਿਆਈਆਂ ਦਾ ਵਿਚਾਰ ਕਰੋ। ਪੜ੍ਹ ਲਿਆ, ਰਟਾ ਲਾ ਲਿਆ, ਸੁੱਤਾ ਵਿੱਚ ਹੀ 6 ਵੱਜ ਗਏ।
ਉਸ ਸੁਣੇ ਦਾ ਅਤੇ ਉਸ ਪੜ੍ਹੇ ਦਾ ਕਿਆ ਫਾਇਦਾ ਹੋਇਆ ਬਈ? ਫਾਇਦਾ ਤਾਂ ਤਾਂ ਹੋਊਗਾ ਜਦੋਂ ਅੰਮ੍ਰਿਤ ਵੇਲੇ ਉੱਠੇਗਾ, ਨਾਮ ਜਪੇਗਾ, ਬਾਣੀ ਪੜ੍ਹੇਗਾ, ਉਹਦਾ ਪ੍ਰੈਕਟੀਕਲ ਕਰੇਗਾ, ਤਾਂ ਹੀ ਜਾ ਕੇ ਕੋਈ ਫਾਇਦਾ ਹੋਵੇਗਾ। ਇਸ ਲਈ ਸੁਣਨ ਨਾਲ ਵੀ ਮੰਨਣ ਦੀ ਜ਼ਿਆਦਾ ਮਹਾਨਤਾ। ਪਰ ਮੰਨੇਗਾ ਕੌਣ? ਜਿਹਨੇ ਪਹਿਲਾਂ ਸੁਣਿਆ। ਜਿਹਨੇ ਸੁਣਿਆ ਹੀ ਨਹੀਂ ਉਹ ਮੰਨੇਗਾ ਕੀ? ਤਾਂ ਸੁਣਿਆਂ ਦੀਆਂ ਪੌੜੀਆਂ ਪਹਿਲਾਂ ਨੇ ਵੀ ਪਹਿਲਾਂ ਸੁਣੋ, ਗੁਰੂ ਦੀ ਗੱਲ ਸੁਣੋ, ਬਾਣੀ ਸੁਣੋ, ਨਾਮ ਸੁਣੋ, ਅਤੇ ਫਿਰ ਉਸ ਨੂੰ ਮੰਨੋ। ਤਾਂ ਹੀ ਗੁਰੂ ਨੇ ਕਹਿੰਦੇ ਜਿਹਨੇ ਸੁਣ ਕੇ ਮੰਨਿਆ ਸੇ ਪੁਰਖ ਪ੍ਰਧਾਨੇ। ਜਿਨ੍ਹਾਂ ਸੁਣ ਕੇ ਮੰਨ ਲਿਆ ਉਹ ਮਹਾਂਪੁਰਖ ਹੋ ਗਏ। ਅਸੀਂ ਉਹੇ ਦੇ ਉਹੇ ਜਿਹੇ ਰਹਿ ਗਏ। ਇਹ ਨਹੀਂ ਕਿ ਅਸੀਂ ਸੁਣਿਆ ਨਹੀਂ ਹੈ। ਕਿੰਨੇ ਸਾਲਾਂ ਤੋਂ ਬਾਣੀ ਪੜ੍ਹ ਰਹੇ ਹਾਂ, ਕਿੰਨੇ ਸਾਲਾਂ ਤੋਂ ਸੁਣ ਰਹੇ ਹਾਂ, ਸਾਡੇ ਤੋਂ ਕੋਈ ਮਹਾਂਪੁਰਖ ਬਣਿਆ ਨਹੀਂ, ਕਿਉਂਕਿ ਮੰਨਿਆ ਨਹੀਂ। ਮੰਨਿਆ ਨਹੀਂ, ਇਸ ਕਰਕੇ ਗੱਲ ਬਣਦੀ ਨਹੀਂ। ਜੀ ਤੇ ਬੜਿਆਂ ਦਾ ਕਦਰ, ਆਪਾਂ ਵੀ ਮਹਾਂਪੁਰਖ ਕੋਈ ਵੱਡੀ ਸਾਰੀ ਕਾਰ ਹੋਵੇ, ਲੋਕ ਸਤਿਕਾਰ ਕਰਨ, ਅੱਗੇ ਪਿੱਛੇ ਫਿਰਨ। ਜਿਵੇਂ ਸਾਡੇ ਸਤਸੰਗੀ, ਉਹਨਾਂ ਦਾ ਛੋਟੇ ਲੜਕੇ ਦਾ, ਮੰਮਾ ਇਹ ਬਾਬਾ ਬਣਨਾ ਔਖਾ ਹੈ, ਪਰ ਬਾਬਾ ਬਣ ਕੇ ਮੌਜ ਬਹੁਤ ਹੈ। ਉਹ ਕਹਿੰਦੀ ਕਾਕਾ ਤੂੰ ਬਣ ਲੈ, ਤੂੰ ਬਣ ਲੈ। ਔਖਾ ਹਰ ਇੱਕ ਚੀਜ਼ ਔਖੀ ਹੈ। ਪੜ੍ਹਨਾ ਕਿਹੜਾ ਸੌਖਾ ਹੈ? ਇਹ ਕਿਹੜਾ ਸੌਖਾ ਹੈ? ਮਿਹਨਤ ਕਰਾਂਗੇ ਤਾਂ ਹੀ ਕੋਈ ਗੱਲ ਬਣੇਗੀ ਨਾ। ਇਸ ਲਈ ਮਹਾਂਪੁਰਖ ਬਣਨ ਲਈ ਜ਼ਰੂਰੀ ਹੈ ਕਿ ਜਿਨ੍ਹਾਂ ਨੇ ਗੁਰੂ ਦੀ ਗੱਲ ਨੂੰ ਸੁਣਿਆ, ਉਹਨਾਂ ਨੇ ਮੰਨਿਆ, ਉਹ ਮਹਾਂਪੁਰਖ ਹੋ ਗਏ, ਉਹ ਮਹਾਂਪੁਰਖ ਹੋ ਗਏ। ਅਤੇ ਗੁਰੂ ਮਹਾਰਾਜ ਕਹਿੰਦੇ ਮੰਨੇ ਕੀ ਗਤ ਕਹੀ ਨਾ ਜਾਏ। ਗਤ ਹੁੰਦੀ ਹੈ ਆਤਮਿਕ ਅਵਸਥਾ, ਇੱਕ ਹੁੰਦੀ ਗਤ ਗਤੀ, ਵੀ ਜਿਹੜਾ ਅਗਲਾ ਜਨਮ ਮਿਲ ਗਿਆ ਹੈ। ਬੰਦਾ ਮਰ ਗਿਆ, ਕਈ ਵਾਰ ਉਹਦੀ ਗਤੀ ਨਹੀਂ ਹੁੰਦੀ, ਉਹਦੀ ਰੂਹ ਭਟਕਦੀ ਰਹਿੰਦੀ ਹੈ। ਫਿਰ ਹਿੰਦੂ ਵੀਰ ਪੰਡਤਾਂ ਕੋਲ ਜਾਂਦੇ, ਪਾਂਡਿਆਂ ਕੋਲ ਜਾਂਦੇ ਨੇ। ਸਿੱਖ ਜਿਹੜਾ ਹੈ ਗੁਰੂ ਗ੍ਰੰਥ ਦੀ ਬਾਣੀ ਦਾ ਪਾਠ ਕਰਵਾਉਂਦਾ, ਉਹਦੇ ਨਿਮਿੱਤ, ਉਸ ਰੂਹ ਦੇ ਨਿਮਿੱਤ ਪਾਠ ਕਰਾਉਂਦੇ ਨੇ। ਅਤੇ ਫਿਰ ਬਾਣੀ ਉਸ ਦੀ ਰੂਹ 'ਤੇ ਜਾ ਕੇ ਅਸਰ ਕਰੇਗੀ, ਉਹਦੀ ਭਟਕਣਾ ਖਤਮ ਹੋ ਜਾਏਗੀ, ਉਹਨੂੰ ਕੋਈ ਨਾ ਕੋਈ ਸਰੀਰ ਮਿਲ ਜਾਏਗਾ। ਦੂਜੀ ਗਤੀ ਉਹ ਹੁੰਦੀ ਹੈ ਜਿਹਨੂੰ ਮੁਕਤੀ ਕਹਿੰਦੇ ਨੇ, ਜੰਮਣ ਮਰਨ ਤੋਂ ਹੀ ਮੁਕਤ ਹੋ ਜਾਣਾ। ਮੰਨੇ ਕੀ ਗਤ, ਗਤ ਇੱਥੇ ਮਤਲਬ ਆਤਮਿਕ ਅਵਸਥਾ। ਮੰਨੇ ਕੀ ਗਤ ਕਹੀ ਨਾ ਜਾਏ। ਜਿਹੜਾ ਫਿਰ ਗੁਰੂ ਦੇ ਹੁਕਮ ਨੂੰ ਮੰਨ ਲੈਂਦਾ ਹੈ, ਜਿਹੜਾ ਨਾਮ ਨੂੰ ਮੰਨ ਲੈਂਦਾ ਨਾ, ਉਹਦੀ ਆਤਮਿਕ ਅਵਸਥਾ ਇਤਨੀ ਉੱਚੀ ਹੋ ਜਾਂਦੀ ਹੈ ਕਿ ਉਹਦੇ ਬਾਰੇ ਕੋਈ ਦੱਸ ਹੀ ਨਹੀਂ ਸਕਦਾ, ਉਹਦੇ ਬਾਰੇ ਕੁਝ ਕਿਹਾ ਹੀ ਨਹੀਂ ਜਾ ਸਕਦਾ। ਜੇ ਕੋ ਕਹੇ, ਜੇ ਕੋਈ ਕਹਿੰਦਾ ਵੀ ਹੈ ਕਿ ਉਹਦੀ ਅਵਸਥਾ ਇੰਨੀ ਉੱਚੀ ਹੈ, ਪਿੱਛੇ ਪਛਤਾਏ, ਉਹ ਮਗਰੋਂ ਪਛਤਾਉਂਦਾ, ਕਿਉਂਕਿ ਉਹਦੀ ਅਵਸਥਾ ਬਾਰੇ ਦੱਸ ਹੀ ਨਹੀਂ ਸਕਦਾ, ਉਸ ਦੀ ਅਵਸਥਾ ਦਾ ਉਹ ਵਰਣਨ ਹੀ ਨਹੀਂ ਕਰ ਸਕਦਾ। ਉਹ ਇੰਨੀ ਉੱਚੀ ਅਵਸਥਾ 'ਤੇ ਮੰਨਣ ਵਾਲਾ ਪਹੁੰਚ ਗਿਆ ਹੁੰਦਾ ਹੈ। ਸੋ ਜੇ ਅਸੀਂ ਚਾਹੁੰਦੇ ਹਾਂ ਸਾਡੀ ਆਤਮਿਕ ਤਰੱਕੀ ਹੋਵੇ, ਫਿਰ ਜਿਹੜੀ ਬਾਣੀ ਪੜ੍ਹੀ ਹੈ ਨਾ, ਉਹਨੂੰ ਮੰਨਣਾ ਵੀ ਹੈ, ਉਹਨੂੰ ਮੰਨਣਾ ਸ਼ੁਰੂ ਕਰ ਦਿਓ। ਠੀਕ ਹੈ, ਸਾਰਾ ਕੁਛ ਇੱਕ ਦਿਨ 'ਚ ਨਹੀਂ ਮੰਨਿਆ ਜਾ ਸਕਦਾ ਹੁੰਦਾ। ਹਰ ਰੋਜ਼ ਕੋਈ ਨਾ ਕੋਈ ਗੱਲ ਮੰਨਣੀ ਸ਼ੁਰੂ ਕਰ ਦਿਓ, ਕੋਈ ਨਾ ਕੋਈ ਮੰਨਣਾ ਸ਼ੁਰੂ ਕਰੋ। ਜਿਵੇਂ ਅੰਮ੍ਰਿਤ ਵੇਲੇ ਉੱਠਣਾ ਸ਼ੁਰੂ ਕਰੋ, ਪਰ ਜੇ ਸੌਣਾ ਹੀ 12-1 ਵਜੇ, ਫਿਰ ਅੰਮ੍ਰਿਤ ਵੇਲੇ ਕਿਉਂ ਉੱਠੇਗਾ? ਫਿਰ ਤਾਂ ਪੁੱਛਣਗੇ ਬੁੱਢੇ ਹੋ ਕੇ, ਅੰਮ੍ਰਿਤ ਵੇਲਾ ਕੀ ਹੁੰਦਾ ਹੈ ਜੀ? ਅੱਜ ਕੱਲ੍ਹ ਦੇ ਜਵਾਕ ਕੋਈ ਨਹੀਂ ਅੰਮ੍ਰਿਤ ਵੇਲੇ ਉੱਠਦੇ, ਇਹ ਸੌਂਦੇ ਹੀ 2-2 ਵਜੇ ਨੇ, ਇਹ ਸੌਂਦੇ 1-2 ਵਜੇ ਨੇ, ਇਹਨਾਂ ਅੰਮ੍ਰਿਤ ਵੇਲੇ ਕੀ ਉੱਠਣਾ? ਇਹ ਤਾਂ ਫਿਰ 7-8 ਵਜੇ ਜਾ ਕੇ ਉੱਠਦੇ ਨੇ। ਅਤੇ ਜੇ ਛੁੱਟੀ ਹੋਵੇ ਫਿਰ ਮਾਵਾਂ ਹੀ ਉਠਾਉਂਦੀਆਂ, ਉੱਠ ਖੜੋ ਹੋਵੇ, ਸੂਰਜ ਨਿਕਲਿਆ, ਕੋਈ ਨਹਾ ਧੋ ਲਓ, ਰੋਟੀ ਤੁਹਾਡੀ ਬਣ ਗਈ, ਖਾ ਪੀ ਲਓ। ਹੁਣ ਕੋਈ ਰਿਵਾਜ਼ ਹੀ ਇਹੋ ਜਿਹਾ ਹੋ ਗਿਆ। ਨਾ ਕੋਈ ਸਾਰਾ ਸਾਲ ਪੜ੍ਹਨ ਦਾ ਰਿਵਾਜ਼ ਹੈ ਨਾ, ਇਮਤਿਹਾਨ ਦੇ ਨੇੜੇ ਜੇ ਜਾ ਕੇ ਫਿਰ ਲੱਗੇ ਰਹਿਣੇ। ਦੱਸ ਵੀ ਪਹਿਲਾਂ ਤੁਸੀਂ ਕੀ ਕਰਦੇ ਹੋ? ਸ਼ੁਰੂ ਤੋਂ ਹੀ ਲੱਗ ਜਾਓ, ਸ਼ੁਰੂ ਤੋਂ ਹੀ ਲੱਗ ਜਾਓ। ਇਸ ਲਈ ਅੰਮ੍ਰਿਤ ਵੇਲੇ ਜੇ ਉੱਠਣਾ, ਉਹ ਤਾਂ ਹੀ ਉੱਠੂਗਾ ਜੇ ਉਹ ਵੇਲੇ ਸਿਰ ਸਮੇਗਾ। ਵੇਲੇ ਸਿਰ ਸਮੇਗਾ ਤਾਂ ਹੀ ਵੇਲੇ ਸਿਰ ਉੱਠੇਗਾ ਨਾ। ਪੁਰਾਤਨ ਧਾਰਮਿਕ ਗ੍ਰੰਥਾਂ ਲਿਖਿਆ ਬੰਦੇ ਲਈ 6 ਘੰਟੇ ਸੌਣਾ ਜ਼ਰੂਰੀ ਹੈ, ਔਰਤ ਲਈ 7 ਘੰਟੇ ਸੌਣਾ ਜ਼ਰੂਰੀ ਹੈ। ਬੰਦਾ 6 ਘੰਟੇ, 6 hours for men, 7 hours for women, 8 hours for fools। ਜਿਹੜੇ ਮੂਰਖ ਨੇ 8 ਘੰਟੇ ਸੌਂਦੇ,
ਬੰਦੇ ਲਈ 6 ਘੰਟੇ ਸੌਣਾ, ਔਰਤ ਲਈ 7 ਘੰਟੇ ਸੌਣਾ। ਜਿਹੜਾ 8 ਘੰਟੇ ਸੌਂਦਾ ਕਿਤੇ ਤਾਂ ਮੂਰਖ ਹੈ, ਇਹ ਤਾਂ ਮੂਰਖ ਹੈ। ਹੁਣ ਤੁਸੀਂ ਆਪਣਾ ਆਪਣਾ ਸਾਰੇ ਵੇਖ ਲਿਓ ਵੀ ਆਪਾਂ ਕਿਹੜੇ ਦਰਜੇ 'ਚ ਆਉਣੇ ਹਾਂ। ਸੋ ਗੁਰੂ ਮਹਾਰਾਜ ਕਹਿੰਦੇ ਗੱਲ ਮੰਨਣ ਨਾਲ ਬਣਨੀ ਹੈ। ਪਹਿਲਾਂ ਸੁਣੋ, ਪੜ੍ਹੋ, ਫਿਰ ਉਸ ਨੂੰ ਮੰਨਣ ਦੀ ਕੋਸ਼ਿਸ਼ ਕਰੋ। ਹੌਲੀ ਮੰਨਦੇ ਜਾਓ, ਮੰਨਦੇ ਜਾਓ, ਮੰਨਦੇ ਜਾਓ, ਮੰਨਦੇ ਜਾਓ, ਇੱਕ ਗੱਲ ਬਣ ਜਾਏਗੀ। ਤਾਂ ਹੀ ਮੈਂ ਦੱਸਿਆ ਸੀ ਨਾ, ਮੰਨ ਲਓ ਤੁਸੀਂ 6 ਵਜੇ ਉੱਠਣ ਦੇ ਆਦੀ ਹੋ, ਕਿਤੇ ਮਿਰਤ ਸੁਣ ਲਿਆ, ਅੰਮ੍ਰਿਤ ਵੇਲੇ ਉੱਠੋ, 4 ਵਜੇ ਉੱਠ ਪਏ ਹੋ, ਆਦੀ 6 ਵਜੇ ਦੇ ਹੋ, ਉੱਠ ਪਏ 4 ਵਜੇ, ਨਹੀਂ ਗੱਲ ਬਣਨੀ। ਤੁਸੀਂ ਜਿਵੇਂ ਗੁਟਕਾ ਫੜੋਗੇ ਹੱਥ, ਤੁਹਾਨੂੰ ਨੀਂਦ ਆਉਣੀ ਸ਼ੁਰੂ ਹੋ ਜਾਏਗੀ। ਕਿਉਂ? ਉਨੀਂਦਰੇ ਰਹਿ ਗਏ ਤੁਸੀਂ, 2 ਘੰਟੇ ਉਨੀਂਦਰੇ ਰਹਿ ਗਏ। ਇਹ 15-15 ਮਿੰਟ ਘਟਾਓ। 6 ਵਜੇ ਉੱਠਦੇ ਸੀ, ਪੌਣੇ 6 ਵਜੇ ਉੱਠਣਾ ਸ਼ੁਰੂ ਕਰੋ। 15-20 ਦਿਨ ਪੌਣੇ 6 ਵਜੇ ਉੱਠੋ, ਫਿਰ 5:30 ਉੱਠਣਾ ਸ਼ੁਰੂ। ਮਹੀਨਾ 2 ਮਹੀਨੇ 5:30 ਵਜੇ ਉੱਠੋ, ਫਿਰ 5:15 ਵਜੇ ਉੱਠਣਾ ਸ਼ੁਰੂ ਕਰੋ। ਮਹੀਨਾ 2 ਮਹੀਨੇ 5:15 ਉੱਠੋ, ਫਿਰ 5 ਵਜੇ ਉੱਠਣਾ ਸ਼ੁਰੂ ਕਰੋ, ਫਿਰ 4:45, ਫਿਰ 4:30, ਫਿਰ 4:15, ਫਿਰ 4, ਫਿਰ 4:45, ਫਿਰ 3:30, ਫਿਰ 3:15, 3। ਇਸ ਤਰ੍ਹਾਂ ਕਰੀ ਜਾਓ, ਆਪੇ ਨੇ ਆਪ ਤੁਹਾਨੂੰ ਇੰਨਾ ਮਹਿਸੂਸ ਵੀ ਨਹੀਂ ਹੋਵੇਗਾ ਅਤੇ ਸਰੀਰ ਨੂੰ ਉਸ ਤਰ੍ਹਾਂ ਦੀ ਆਦਤ ਵੀ ਪੈ ਜਾਵੇਗੀ। ਸੋ ਇਸੇ ਤਰ੍ਹਾਂ ਜਿਹੜੇ ਗੁਣ ਗ੍ਰਹਿਣ ਕਰਨੇ, 1-1, 2-2 ਕਰਕੇ ਕਰਦੇ ਜਾਓ, ਕਰਦੇ ਜਾਓ, ਕਰਦੇ ਜਾਓ। ਜਿਵੇਂ ਮੰਨ ਲਓ, ਜੇ ਆਪਾਂ ਇੱਕ ਲਾਈਨ ਵੀ ਗੁਰਬਾਣੀ ਦੀ ਰੋਜ਼ ਯਾਦ ਕਰੀਏ ਤਾਂ 1 ਸਾਲ 'ਚ 365 ਪੰਗਤੀਆਂ ਯਾਦ ਹੋ ਜਾਂਦੀਆਂ, ਅਤੇ ਇੱਕ ਸਫ਼ੇ 'ਚ 20 ਕੁ ਪੰਗਤੀਆਂ ਹੁੰਦੀਆਂ ਨੇ। 2, 4, 6, 8, 10, 12, 14, 16, 18, 20 ਨੇ। ਤਾਂ ਇੱਕ ਸਾਲ ਦੇ ਵਿੱਚ 365 ਨੂੰ ਜਦੋਂ 20 'ਤੇ ਤੁਸੀਂ ਡਿਵਾਈਡ ਕਰੋਗੇ ਤਾਂ ਪਤਾ ਲੱਗੇ ਕਿੰਨੇ ਸਫ਼ੇ ਯਾਦ ਹੋ ਗਏ, ਕਿੰਨੇ ਸਫ਼ੇ ਯਾਦ ਹੋ ਗਏ। 100 ਲਾਈਨ 5 ਸਫ਼ੇ ਹੋ ਗਏ, ਅਤੇ 300 ਦੇ 15 ਸਫ਼ੇ ਹੋ ਗਏ, ਅਤੇ ਜੇ ਅੱਗੇ 3-4 ਸਫ਼ੇ ਹੋਰ 18 ਸਫ਼ੇ ਤੁਸੀਂ ਤਕਰੀਬ ਪਹੁੰਚ ਗਏ ਹਨ। ਅਤੇ ਇੱਕ ਸਾਲ 'ਚ 18 ਸਫ਼ੇ ਯਾਦ ਹੋ ਗਏ ਤਾਂ ਫਿਰ 2, 5, 10, 15 ਸਾਲ ਕਿਤੇ ਦਾ ਕਿਤੇ ਬੰਦਾ ਪਹੁੰਚ ਜਾਂਦਾ ਹੈ, ਅਗਰ ਉਹ ਯਾਦ ਕਰਨਾ ਸ਼ੁਰੂ ਕਰ ਦੇਵੇ। ਯਾਦ ਦੀ ਵੀ ਇੱਕ ਉਮਰ ਹੁੰਦੀ ਹੈ। ਜਦੋਂ ਸੇ ਵੱਡੀ ਉਮਰ ਹੁੰਦੀ ਨਾ, ਇਸ 'ਚ ਅੰਡਰਸਟੈਂਡਿੰਗ ਤਾਂ ਹੁੰਦੀ ਹੈ। ਜਿਹਨੂੰ ਰੱਟਾ ਕਹਿੰਦੇ ਨੇ, ਕ੍ਰੈਮਿੰਗ ਜਿਹਨੂੰ ਕਹਿੰਦੇ ਨੇ, ਉਹ ਘਟ ਜਾਂਦਾ। ਆਹ ਜਿਹੜੀ ਛੋਟੀ ਉਮਰ ਹੁੰਦੀ ਹੈ ਨਾ, ਇਹ ਬੜੇ ਤੇਜ਼ ਦਿਮਾਗ ਹੁੰਦਾ ਹੈ, ਬੜਾ ਰੱਟਾ ਲੱਗ ਸਕਦਾ ਹੈ। ਬਾਣੀ ਤਾਂ ਰੱਟਾ ਹੀ ਲਾਉਣਾ। ਇਸ ਲਈ ਛੋਟੇ ਬੱਚਿਆਂ ਨੂੰ ਲਾਲਚ ਦੇ ਕੇ ਬਾਣੀ ਯਾਦ ਕਰਵਾਉਂਦੇ ਰਿਹਾ ਕਰੋ, ਖਾਸ ਕਰ ਜਦੋਂ ਗਰਮੀ ਦੀਆਂ ਛੁੱਟੀਆਂ ਹੁੰਦੀਆਂ। ਅੱਛਾ ਬਈ, ਤੂੰ ਜਪਜੀ ਸਾਹਿਬ ਯਾਦ ਕਰ ਸੁਣਾਈ ਸਾਨੂੰ, ਅਸੀਂ ਤੈਨੂੰ ਆਹ ਲੈ ਕੇ ਦੇਵਾਂਗੇ। ਬਾਬਾ ਫਰੀਦ ਜੀ ਦੀ ਮਾਂ ਵੀ ਤਾਂ ਉਹਨੂੰ ਸ਼ੱਕਰ ਦਿੰਦੇ ਸੀ ਵੀ ਬੱਚਾ ਸ਼ੱਕਰ ਦਾ ਸ਼ੌਕੀਨ ਹੈ। ਜੇ ਚੀਜ਼ ਦਾ ਕੋਈ ਸ਼ੌਕੀਨ ਉਹੀ ਦੇਵਾਂਗੇ ਤਾਂ ਹੀ ਗੱਲ ਬਣੇਗੀ ਨਾ। ਉਹ ਸ਼ੱਕਰ ਦੀ ਪੁੜੀ ਦਿੰਦੇ ਸੀ, ਰੋਜ਼ ਦਿੰਦੇ ਸੀ। ਹੌਲੀ 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 ਆਪਣੇ ਬੱਚੇ ਨੂੰ ਨੇ ਭਗਤ ਬਣਾ ਲਿਆ। ਸੋ ਇਸ ਲਈ ਉਤਸ਼ਾਹਿਤ ਕਰੋ, ਥੋੜ੍ਹਾ ਬਹੁਤਾ ਇਹਨਾਂ ਨੂੰ ਲਾਲਚ ਦਿਓ, ਇਸ ਪਾਸੇ ਨੂੰ ਲੱਗਣ। ਤੁਹਾਡਾ ਵੀ ਭਲਾ, ਇਹਨਾਂ ਦਾ ਵੀ ਭਲਾ। ਸੋ ਗੁਰੂ ਮਹਾਰਾਜ ਕੇ ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੈ ਪਿਛੇ ਪਛਤਾਏ। ਜੇ ਕੋਈ ਜਿਹੜਾ ਰੱਬ ਦੀ ਗੱਲ ਨੂੰ ਮੰਨਦਾ ਹੈ, ਨਾਮ ਨੂੰ ਮੰਨਦਾ ਹੈ, ਉਹਦੀ ਆਤਮਿਕ ਅਵਸਥਾ ਸ਼ਬਦਾਂ 'ਚ ਵਰਣਨ ਨਹੀਂ ਕੀਤੀ ਜਾ ਸਕਦੀ। ਅਤੇ ਜੇ ਕੋਈ ਕਰਨ ਦੀ ਕੋਸ਼ਿਸ਼ ਕਰਦਾ ਤਾਂ ਬਾਅਦ 'ਚ ਪਛਤਾਉਂਦਾ ਵੀ ਉਹ ਜਿਹਦੀ ਇੰਨੀ ਉੱਚੀ ਅਵਸਥਾ ਸੀ ਉਹ 'ਤੇ ਵਰਣਨ ਹੀ ਨਹੀਂ ਕਰ ਹੋਈ। ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ। ਆਮ ਲੋਕ ਬੈਠ ਕੇ ਜਿਹੜੇ ਪ੍ਰਮਾਤਮਾ ਦਾ ਨਾਮ ਮੰਨਦੇ ਨੇ, ਉਹਦੇ ਬਾਰੇ ਗੱਲਾਂ ਕਰਦੇ ਨੇ, ਵਿਚਾਰ ਕਰਦੇ ਨੇ, ਫਲਾਣਾ ਵੀ ਬੜੀ ਭਜਨ ਬੰਦਗੀ ਹੈ ਜੀ, ਬਹੁਤ ਉੱਚੀ ਅਵਸਥਾ ਦਾ ਹੈ ਜੀ, ਇਸੇ ਕਰ। ਪਰ ਗੁਰਬਾਣੀ ਕਹਿੰਦੀ ਕਾਗਦ ਕਲਮ ਨਾਲ ਲਿਖਣ ਹਾਰ। ਲਿਖਣ ਹਾਰ ਹੁੰਦਾ ਲਿਖਾਰੀ। ਕੋਈ ਐਸੀ ਕਲਮ ਨਹੀਂ, ਲਿਖਾਰੀ ਕੋਲੇ ਕੋਈ ਐਸੀ ਕਲਮ ਨਹੀਂ ਜਿਹੜੀ ਕਾਗਜ਼ ਦੇ ਉੱਤੇ ਮੰਨਣ ਵਾਲੇ ਬਾਰੇ ਕੋਈ ਲਿਖ ਸਕੇ। ਜਿਹੜਾ ਪਰਮਾਤਮਾ ਦੀ ਗੱਲ ਨੂੰ ਮੰਨ ਲੈਂਦਾ ਨਾ, ਕਹਿੰਦੇ ਕੋਈ ਐਸਾ ਲਿਖਾਰੀ ਨਹੀਂ ਹੈ ਜਿਹੜਾ ਆਪਣੀ ਕਲਮ ਦੇ ਨਾਲ ਕਾਗਜ਼ ਦੇ ਉੱਤੇ ਉਹਦੀ ਵਡਿਆਈ ਲਿਖ ਸਕੇ, ਭਾਵ ਲਿਖੀ ਨਹੀਂ ਜਾ ਸਕਦੀ। ਮੰਨੇ ਕਾ ਬਹਿ ਕਰਨ ਵਿਚਾਰ। ਬਸ ਲੋਕ ਬੈਠੇ ਆਪਸ ਵਿੱਚ ਗੱਲਾਂ ਬਾਤਾਂ ਕਰਦੇ, ਜਿਹੜਾ ਪ੍ਰਮਾਤਮਾ ਦੇ ਨਾਮ ਨੂੰ ਮੰਨਦਾ ਨਾ, ਉਹਦੇ ਬਾਰੇ ਗੱਲਾਂ ਕਰਦੇ ਨੇ।
ਵੀ ਬੜਾ ਭਜਨ ਬੰਦਗੀ ਕਰਦਾ ਜੀ, ਬਹੁਤ ਉੱਚੀ ਅਵਸਥਾ ਦਾ ਜੀ। ਐਸਾ ਨਾਮ ਨਿਰੰਜਨ ਹੋਏ। ਨਿਰੰਜਨ ਪਰਮਾਤਮਾ ਨੂੰ ਕਹਿੰਦੇ ਨੇ। ਸ਼ਬਦੀ ਅਰਥ ਹੈ ਨਿਰਅੰਜਨ, ਮਾਇਆ ਤੋਂ ਨਿਰਲੇਪ, ਜਿਸ ਦੇ ਉੱਤੇ ਮਾਇਆ ਦਾ ਕੋਈ ਅਸਰ ਨਾ ਹੋਵੇ। ਇੱਕ ਤਾਂ ਮਾਇਆ ਦਾ ਸਾਰਿਆਂ ਨੂੰ ਪਤਾ ਹੈ, ਆਹ ਰੁਪਇਆ ਪੈਸਾ ਨਾ, ਇਹ ਤਾਂ ਸਾਰਿਆਂ ਨੂੰ ਗਿਆਨ ਵੀ ਮਾਇਆ ਹੈ। ਬਾਣੀ ਕਹਿੰਦੀ ਹੈ ਵੀ ਹਰ ਉਹ ਚੀਜ਼, ਹਰ ਉਹ ਖਿਆਲ ਜਿਹੜਾ ਸਾਨੂੰ ਰੱਬ ਤੋਂ ਹਟਾਵੇ, ਰੱਬ ਨਾਲੋਂ ਤੋੜੇ, ਰੱਬ ਤੋਂ ਪਰਾਂ ਕਰੇ, ਰੱਬ ਨੂੰ ਭੁਲਾਵੇ, ਉਹਨੂੰ ਕਹਿੰਦੇ ਨੇ ਮਾਇਆ। ਉਹਨੂੰ ਕਿ ਮਾਇਆ। ਸੈਟਨ ਆਇਆ, ਉਹਨੇ ਐਡਮ ਐਂਡ ਈਵ ਨੂੰ ਉਹ ਫਲ ਖਵਾਤਾ, ਕਰਕੇ ਸ਼ਰਾਰਤ। ਉਹਨੂੰ ਗੁਰਬਾਣੀ ਲਿਖੇ ਮਾਇਆ, ਕਿਉਂਕਿ ਉਹਨੇ ਰੱਬ ਨਾਲ ਇੱਕ ਕਿਸਮ ਤੋੜ ਦਿਆ, ਰੱਬ ਦੀ ਗੱਲ ਹੀ ਨਾ ਮੰਨੀ, ਮਤਲਬ ਰੱਬ ਨਾਲ ਟੁੱਟ ਗਏ। ਮਾਇਆ ਕਿਹਨੂੰ ਕਹਿੰਦੇ ਨੇ? ਜਿਹੜੀ ਸਾਨੂੰ ਰੱਬ ਨਾਲੋਂ ਤੋੜੇ, ਰੱਬ ਨੂੰ ਭੁਲਾ ਦੇਵੇ, ਉਹਨੂੰ ਕਹਿੰਦੇ ਨੇ ਮਾਇਆ। ਇਸ ਲਈ ਗੁਰੂ ਮਹਾਰਾਜ ਕਹਿੰਦੇ, ਉਹਨੂੰ ਕਹਿੰਦੇ ਨਿਰੰਜਨ, ਨਿਰਅੰਜਨ, ਮਾਇਆ ਤੋਂ ਨਿਰਲੇਪ, ਜਿਹਦੇ ਉੱਤੇ ਮਾਇਆ ਦਾ ਕੋਈ ਅਸਰ ਨਹੀਂ ਹੁੰਦਾ। ਭਾ ਪਰਮਾਤਮਾ ਐਸਾ ਨਾਮ ਨਿਰੰਜਨ ਹੋਏ। ਪਰਮਾਤਮਾ ਦਾ ਨਾਮ ਤਾਂ ਇਹੋ ਜਿਹਾ ਹੈ। ਆਹ ਦੇਖੋ, ਨਾਮ ਦੇ ਉੱਤੇ ਮਹਿਮਾ ਕਿ ਜਿਹੜਾ ਨਾਮ ਮੰਨ ਲੈਂਦਾ ਕੀ ਕੁਛ ਬਣ ਜਾਂਦਾ, ਜਿਹੜਾ ਨਾਮ ਸੁਣ ਲੈਂਦਾ ਉਹ ਕੀ ਬਣ ਜਾਂਦਾ। ਇਹੋ ਜਿਹਾ ਪਰਮਾਤਮਾ ਦਾ ਨਾਮ ਹੈ। ਜੇ ਕੋ ਮਨ ਜਾਣੇ ਮਨ ਕੋਏ, ਪਹਿਲਾ ਹੈ ਮਨ, ਮੰਮੇ ਤੇ ਟਿੱਪੀ ਲਾਈਏ, ਦੂਜਾ ਮਨ, ਟਿੱਪੀ ਤੋਂ ਬਿਨਾਂ। ਟਿੱਪੀ ਵਾਲਾ ਮਨ ਹੁੰਦਾ ਮੰਨਣਾ, ਦੂਜਾ ਮਨ, ਮਨ ਵਿੱਚ। ਜੇ ਕੋਈ ਮਨ ਵਿੱਚ ਪਰਮਾਤਮਾ ਦੇ ਨਾਮ ਨੂੰ ਮੰਨ ਕੇ ਵੇਖ ਲਵੇ, ਉਹਨੂੰ ਫਿਰ ਗਿਆਨ ਹੋ ਜਾਏਗਾ ਵੀ ਹਾਂ ਪਰਮਾਤਮਾ ਦੇ ਨਾਮ 'ਤੇ ਇੰਨੀਆਂ ਬਰਕਤਾਂ ਨੇ। ਮੰਨ ਕੇ ਹੀ ਪਤਾ ਲੱਗੂ ਨਾ, ਨਾਮ ਜਪ ਕੇ ਹੀ ਪਤਾ ਲੱਗੂ ਵੀ ਨਾਮ ਦੇ ਕੀ ਫਾਇਦੇ ਨੇ। ਫਿਰ ਉਹ ਕਹੇਗਾ ਵੀ ਹਾਂ ਪਰਮਾਤਮਾ ਦਾ ਨਾਮ ਤਾਂ ਇਹੋ ਜਿਹਾ, ਇਹਦੇ ਤਾਂ ਬੜੇ ਹੀ ਫਾਇਦੇ ਨੇ। ਮੈਂ ਤਾਂ ਕਮਲਾ ਰਿਹਾ, ਇੰਨੇ ਸਾਲ ਨਾਮ ਹੀ ਨਹੀਂ ਜਪਿਆ। ਕਈ ਵਾਰੀ ਫਿਰ ਆਪਣੀ ਮੂਰਖਤਾ ਦਾ ਪਤਾ ਲੱਗਦਾ ਬਾਅਦ 'ਚ ਵੀ ਓਹੋ ਇੰਨੇ ਸਾਲ ਐਵੇਂ ਹੀ ਗਵਾਤੇ। ਜੇ ਕਿਤੇ ਪਹਿਲਾਂ ਲੱਗ ਜਾਂਦੇ, ਉਹ ਤਾਂ ਜੇ ਹੈ ਨਾ, ਜੇ ਨਾਲ ਕੀ ਗੱਲ ਬਣੇਗੀ। ਜੇ ਮੈਂ ਪੜ੍ਹ ਲੈਂਦਾ ਹੈ ਪਾਸ ਹੋ ਜਾਂਦਾ, ਜੇ ਮੈਂ ਵਾਰਾਗਰਦੀ ਨਾ ਕਰਦਾ, ਜੇ ਮੈਂ ਆ ਕੇ, ਉਹ ਜੇ ਤਾਂ ਜੇ ਹੀ ਹੁੰਦੀ ਹੈ। ਉਹਦਾ ਪਛਤਾਵਾ, ਉਹਦਾ ਹੁਣ ਕੀ ਫਾਇਦਾ ਹੈ। ਜੋ ਹੋ ਗਿਆ ਉਹ ਹੋ ਗਿਆ ਹੈ। ਪਰ ਜਿਹੜਾ ਕੋਈ ਮਨ ਦੇ ਵਿੱਚ ਮੰਨ ਲੈਂਦਾ ਨਾ, ਫਿਰ ਉਹ ਕਹਿੰਦਾ ਐਸਾ ਨਾਮ ਨਿਰੰਜਨ ਹੋਏ ਵੀ ਹਾਂ ਪਰਮਾਤਮਾ ਦਾ ਇਹੋ ਜਿਹਾ ਨਾਮ ਹੈ ਬਈ ਬੜੇ ਲਾਭ ਨੇ ਤਾਂ ਬੜਾ ਫਾਇਦਾ ਇਹਦਾ। ਤਾਂ ਮੰਨੈ ਸੁਰਤ ਹੋਵੇ ਮਨ ਬੁੱਧ। ਪਰਮਾਤਮਾ ਦੇ ਹੁਕਮ ਨੂੰ ਮੰਨਣ ਨਾਲ ਕੀ ਹੁੰਦਾ? ਸਾਡੇ ਮਨ ਵਿੱਚ, ਸਾਡੀ ਮੱਤ ਵਿੱਚ ਜਿਹੜਾ ਹੈ ਰੱਬੀ ਸੋਝੀ ਆ ਜਾਂਦੀ ਹੈ। ਸੁਰਤ ਸਾਡੀ ਜਿਹੜੀ ਮੱਤ ਹੈ ਉਹ ਰੱਬੀ ਮੱਤ ਹੋ ਜਾਂਦੀ ਹੈ, ਉਹ 'ਚ ਰੱਬੀ ਗਿਆਨ, ਰੱਬੀ ਸੋਝੀ ਹੋ ਜਾਂਦੀ ਹੈ। ਜਦੋਂ ਕੋਈ ਵੀ ਬੰਦਾ ਪਰਮਾਤਮਾ ਦੇ ਹੁਕਮ ਨੂੰ ਮੰਨਦਾ, ਉਹਦੇ ਨਾਮ ਨੂੰ ਮੰਨਦਾ, ਉਹਦੀ ਬਾਣੀ ਨੂੰ ਮੰਨਦਾ ਹੈ, ਤਾਂ ਉਹਦੇ ਮਨ ਅਤੇ ਬੁੱਧ ਦੇ ਵਿੱਚ ਜਿਹੜੀ ਹੈ ਸੁਰਤ ਪੈਦਾ ਹੋ ਜਾਂਦੀ ਹੈ, ਭਾਵ ਰੱਬੀ ਮੱਤ ਉਹਦੀ ਪੈਦਾ ਹੋ ਜਾਂਦੀ ਹੈ, ਰੱਬੀ ਸੋਝੀ ਆ ਜਾਂਦੀ ਉਸ ਨੂੰ। ਮੰਨੈ ਸਗਲ ਭਵਨ ਕੀ ਸੁਧ। ਸੁਧ ਹੁੰਦੀ ਸੋਝੀ, ਇੱਕ ਹੁੰਦਾ ਸ਼ੁੱਧ। ਜਿਹੜਾ ਸ਼ੁੱਧ ਹੋਏਗਾ ਨਾ, ਉਹ ਧੱਦੇ ਨੂੰ ਔਂਕੜ ਹੋਏਗਾ, ਧੱਦੇ ਨੂੰ ਸਿਹਾਰੀ ਨਹੀਂ ਹੋਵੇਗੀ। ਜਿਹੜਾ ਆਲਾ ਜੀ ਤੇਰਾ ਪਾਠ ਸ਼ੁੱਧ ਹੈ ਜੀ, ਇਹ ਬੜਾ ਸ਼ੁੱਧ ਪੜ੍ਹਦਾ ਜੀ, ਉਹ ਤਾਂ ਸੱਸੇ ਨੂੰ ਔਂਕੜ, ਧੱਦੇ ਨੂੰ ਔਂਕੜ ਹੋਏਗਾ ਸ਼ੁੱਧ। ਇਹ ਧੱਦੇ ਨੂੰ ਸਿਹਾਰੀ ਹੈ। ਆਮ ਤੌਰ 'ਤੇ ਇਸਤਰੀ ਲਿੰਗ ਜਿਹੜੇ ਸ਼ਬਦ ਹੁੰਦੇ ਨੇ, ਉਹਨੂੰ ਅਖੀਰਲੇ ਅੱਖਰ ਨੂੰ ਸਿਹਾਰੀ ਲੱਗੀ ਹੁੰਦੀ ਹੈ। ਸੁੱਧ ਬਣੇ ਸੋਝੀ, ਅਲਗਾ ਫਲਾਣੇ ਦੀ ਸੁੱਧ ਬੁੱਧੀ ਮਾਰੀ ਗਈ ਹੈ ਜੀ, ਸੋਝੀ ਖਤਮ ਹੋ ਗਈ ਹੈ। ਮੰਨੈ ਸਗਲ ਭਵਨ ਕੀ ਸੁਧ। ਹੁਣ ਤੇ 3 ਭਵਨ ਹੀ ਗਿਣੇ ਗਏ ਨੇ, ਮਾਤ ਲੋਕ, ਪਾਤਾਲ ਲੋਕ, ਆਕਾਸ਼ ਲੋਕ। ਉਹਨੂੰ ਸਾਰੇ ਭਵਨਾਂ ਦੀ ਸੋਝੀ ਹੋ ਜਾਂਦੀ ਹੈ। ਤਾਂ ਹੀ ਗੁਰੂ ਮਹਾਰਾਜ ਕਿਹਾ ਨਾ, ਨਹੀਂ ਤਾਂ ਪਹਿਲਾਂ ਕੀ ਕਹਿੰਦੇ ਜੀ, 7 ਆਕਾਸ਼ ਨੇ, 7 ਪਤਾਲ ਨੇ, 14 ਪੁਰੀਆਂ ਨੇ ਜੀ। ਗੁਰੂ ਨਾਨਕ ਦੇਵ ਜੀ ਨੇ ਦੇਖਿਆ ਵੀ ਇਹ ਤਾਂ ਲੱਖਾਂ ਹੀ ਆਕਾਸ਼ ਨੇ, ਲੱਖਾਂ ਹੀ ਪਤਾਲ ਨੇ।
ਕਿਉਂ? ਉਹਨਾਂ ਦੀ ਕਮਾਈ ਹੀ ਇੰਨੀ ਜ਼ਿਆਦਾ ਸੀ। ਮੰਨੈ ਸਗਲ ਭਵਨ ਕੀ ਸੁਧ, ਜਿਹੜਾ ਪਰਮਾਤਮਾ ਦੇ ਨਾਮ ਨੂੰ ਮੰਨਦਾ, ਪਰਮਾਤਮਾ ਦੇ ਹੁਕਮ ਨੂੰ ਮੰਨਦਾ ਨਾ, ਉਹਨੂੰ ਸਾਰੇ ਸੰਸਾਰ ਦੀ ਹੀ ਸੋਝੀ ਹੋ ਜਾਂਦੀ ਹੈ। ਮੰਨੈ ਮੂੰਹ ਚੋਟਾ ਨਾ ਖਾਏ, ਇਹ ਮੂੰਹੇ ਨਹੀਂ ਪੜ੍ਹਨਾ। ਮੂੰਹ ਹੈਗਾ ਨਾਉਨ, ਨਾਮ ਹੈ। ਨਾਮ ਹੋਵੇ, ਪ੍ਰਣਾਮ ਹੋਵੇ, ਵਿਸ਼ੇਸ਼ਣ ਹੋਵੇ, ਉਹ ਹਾਹੇ ਨੂੰ ਲੱਗੀ ਹੋਈ ਸਿਹਾਰੀ ਨਹੀਂ ਬੋਲਦੀ। ਇਹ ਮੂੰਹ ਹੈ। ਤੁਸੀਂ ਕਿ ਫਿਰ ਹਾਹੇ ਨੂੰ ਸਿਹਾਰੀ ਕਿਉਂ ਲਾਈਏ? ਅਰਥ ਦੱਸਣ ਲਈ। ਮੂੰਹ, ਮੂੰਹ ਉੱਤੇ, ਇਹਦਾ ਅਰਥ ਹੈ ਮੂੰਹ ਉੱਤੇ, ਤਾਂ ਹਾਹੇ ਨੂੰ ਸਿਹਾਰੀ ਲਾਈਏ। ਬੋਲਣਾ ਮੂੰਹ ਹੈ, ਮੂੰਹੇ ਨਹੀਂ ਬੋਲਣਾ। ਮੰਨੈ ਮੂੰਹ ਚੋਟਾ ਨਾ ਖਾਏ। ਹੁਣ ਕੋਈ ਕਹੇ ਮੂੰਹ ਨਹੀਂ ਕਹਿਣਾ, ਮੰਮਾ ਨੱਕ ਨਹੀਂ ਬੋਲਣਾ। ਮੰਮਾ ਮੂੰਹ ਰਾਹੀਂ ਨਹੀਂ ਬੋਲਣਾ, ਮੰਮਾ ਨੱਕ ਰਾਹੀਂ ਬੋਲਿਆ ਜਾਂਦਾ ਹੈ। ਆਪਾਂ ਇਹ ਨਹੀਂ ਕਹਿੰਦੇ ਮਾਂ, ਮਾਂ ਆਈ, ਮਾਂ ਕਹਿੰਦੇ ਨਾ, ਉਹ ਨੱਕ ਰਾਹੀਂ ਬੋਲਿਆ ਜਾਂਦਾ ਹੈ। ਇਸ ਲਈ ਮੂੰਹ ਉੱਤੇ ਭਾਵੇਂ ਟਿੱਪੀ ਨਹੀਂ ਲੱਗੀ, ਪਰ ਮੰਮਾ ਬੋਲੇ ਹੀ ਨੱਕ ਰਾਹੀਂ ਜਾਂਦਾ ਹੈ, ਇਸ ਲਈ ਦਾ ਉਚਾਰਨ ਹੈ ਮੂੰਹ। ਹਾਹੇ ਨੂੰ ਸਿਹਾਰੀ ਇਸ ਲਈ ਲੱਗੀ ਹੋਈ ਹੈ, ਮੂੰਹ ਵਿੱਚ ਜਾਂ ਮੂੰਹ ਉੱਤੇ। ਮੰਨੈ ਮੂੰਹ ਚੋਟਾ ਨਾ ਖਾਏ, ਚੋਟਾਂ ਦੀਆਂ ਸੱਟਾਂ। ਜਿਹੜਾ ਪਰਮਾਤਮਾ ਨੂੰ ਮੰਨਦਾ ਹੈ, ਉਹਦੇ ਨਾਮ ਨੂੰ ਮੰਨਦਾ ਹੈ, ਉਹਦੀ ਬਾਣੀ ਨੂੰ ਮੰਨਦਾ ਹੈ, ਉਹ ਜਮਦੂਤ ਉਹਦੇ ਸਿਰ 'ਤੇ ਫਿਰ ਡੰਡੇ ਨਹੀਂ ਮਾਰਦੇ। ਉਹਨੂੰ ਫਿਰ ਜਮਦੂਤ ਡੰਡੇ ਨਹੀਂ ਮਾਰਦੇ, ਸੱਟਾਂ ਨਹੀਂ ਮਾਰਦੇ, ਉਹਦੇ ਹਾਂ ਚੋਟਾਂ ਨਹੀਂ ਮਾਰਦੇ। ਇੱਥੇ ਮੂੰਹ ਤੋਂ ਭਾਵ ਹੈ ਸਿਰ ਉੱਤੇ। ਕਈ ਵਾਰੀ ਮੂੰਹ 'ਤੇ ਥੱਪੜ ਪੈਂਦੇ ਨੇ, ਉਹ ਤਾਂ ਵੀ ਹੈ, ਪਰ ਜਮਦੂਤਾਂ ਕੋਲ ਡੰਡਾ ਹੁੰਦਾ। ਉਹਨੂੰ ਗੁਰਬਾਣੀ ਲਿਖਿਆ ਠੇਂਗਾ। ਇੱਕ ਜਮ ਕੋਲ ਤਾਂ ਰੱਸਾ ਜਿਹਾ ਸੰਗਲ ਹੁੰਦਾ, ਗਲ ਸੰਗਲ ਘੱਤ 'ਚ ਲਾਇਆ, ਗਲ 'ਚ ਸੰਗਲ ਪਾ ਕੇ ਨਾ ਅਗਲੇ ਲੈ ਚੱਲ ਬਈ। ਜਮਦੂਤ ਹਮੇਸ਼ਾ ਦੋ ਹੀ ਲੈਣ ਆਉਂਦੇ ਨੇ, ਚਾਹੇ ਕਿੱਡਾ ਵੱਡਾ ਦਾਰਾ ਸਿੰਘ ਵਰਗਾ ਪਹਿਲਵਾਨ ਕਿਉਂ ਨਾ ਹੋਵੇ, ਜਿਹਨੇ ਸੰਸਾਰ ਦੇ ਸਾਰੇ ਲੋਕਾਂ ਨੂੰ ਢਾਹ ਲਿਆ, ਜਮਦੂਤ ਉਹਨੂੰ ਢਾਹ ਲੈਂਦੇ ਨੇ। ਇੰਨੀ ਤਾਕਤ ਉਹਨਾਂ ਕੋਲੇ ਹੁੰਦੀ। ਜੇ ਨਹੀਂ ਨਾ ਜਿੰਦ ਨਿਕਲਦੀ, ਜਿੰਦ ਨਿਮਾਣੀ ਕੱਢੀਏ ਹੱਡਾਂ ਕੂੰ ਕੜਕਾਏ, ਹੱਡਾਂ ਨੂੰ ਕੜਕਾ ਕੜਕਾ ਕੇ ਤੋੜ ਤੋੜ ਕੇ ਉਹ ਜਿੰਦ ਕੱਢ ਕੇ ਲੈਂਦੇ, ਇੰਨੇ ਤਾਕਤਵਰ ਹੁੰਦੇ ਨੇ। ਜਮ ਕਾ ਠੇਂਗਾ ਬੁਰਾ ਹੈ, ਉਹ ਨਹੀਂ ਸਹਿਆ ਜਾਏ। ਜਮਾਂ ਦਾ ਡੰਡਾ ਇਹੋ ਜਿਹਾ ਕਿ ਉਹ ਸਹਿ ਨਹੀਂ ਹੁੰਦਾ, ਫਿਰ ਬਾਂਹ ਕਰਦਾ ਬੰਦਾ, ਮਾਰਦਾ ਹੋਏ ਛੱਡਦੇ ਹੋਏ ਨਾ ਮਾਰ ਹੋਏ, ਉਹ ਕਦੇ ਨਹੀਂ। ਹੁਣ ਨਹੀਂ ਗੱਲ ਬਣਨੀ, ਹੁਣ ਨਹੀਂ ਮੁਆਫੀ ਮਿਲਦੀ। ਜਿਵੇਂ ਪੁਲਿਸ ਵਾਲੇ ਪਹਿਲਾਂ ਕੁੱਟੀ ਜਾਂਦੇ ਨੇ, ਫਿਰ ਜੱਜ ਕੋਲੇ ਲੈ ਜਾਂਦੇ ਨੇ, ਜੱਜ ਤੋਂ ਫਿਰ ਮੰਨ ਲੈਂਦੇ, ਫਿਰ ਕੁੱਟਦੇ ਨੇ। ਹਾਂਜੀ, ਐਂ ਹੀ ਜਮਦੂਤ ਕੁੱਟੀ ਹੀ ਤੁਰੇ ਜਾਂਦੇ ਨੇ, ਉੱਥੇ ਫਿਰ ਯਮਰਾਜ ਫਿਰ ਕੁੱਟਦਾ ਉਹਨੂੰ, ਸਜ਼ਾਵਾਂ ਬੜੀਆਂ ਦਿੰਦੇ। ਪਰ ਜੇ ਉਹ ਕਿਤੇ ਪਰਮਾਤਮਾ ਦੇ ਨਾਮ ਨੂੰ ਮੰਨਦਾ ਹੈ ਨਾ, ਬਾਣੀ ਨੂੰ ਮੰਨਦਾ ਹੈ ਨਾ, ਪਰਮਾਤਮਾ ਦੇ ਹੁਕਮ ਨੂੰ ਮੰਨਦਾ, ਉਹਨੂੰ ਜਮਾਂ ਦੀ ਸੱਟਾਂ ਨਹੀਂ ਖਾਣੀਆਂ ਪੈਂਦੀਆਂ। ਮੰਨੈ ਜਮ ਕੈ ਸਾਥ ਨਾ ਜਾਏ, ਕਿਉਂ? ਉਹਨੂੰ ਜਮਾਂ ਦੇ ਨਾਲ ਜਾਣਾ ਹੀ ਨਹੀਂ ਪੈਂਦਾ। ਜਮ ਨਾਮ ਜਪਣ ਵਾਲੇ ਨੂੰ ਲੈਣ ਹੀ ਨਹੀਂ ਆਉਂਦੇ। ਜੇ ਕਿਤੇ ਗਲਤੀ ਨਾਲ ਆ ਵੀ ਜਾਣ, ਉਹਨਾਂ ਨੂੰ ਪਤਾ ਲੱਗਦਾ ਵੀ ਇਹ ਨਾਮ ਜਪਣ ਵਾਲਾ ਹੈ, ਗਲਤੀ ਲੱਗ ਗਈ ਹੈ, ਵੀ ਪਰਮਾਤਮਾ ਉੱਥੇ ਗਲਤੀ ਲੱਗ ਗਈ ਹੈ। ਪਰ ਉਹਨਾਂ ਨੂੰ ਹੁਕਮ ਦਾ ਲੈ ਕੇ ਆਉਣੇ, ਇਸ ਲਈ ਆਰਾਮ ਨਾਲ ਲੈ ਜਾਂਦੇ ਉਹਨਾਂ ਨੂੰ। ਊਨਾ ਹਿਮਾਚਲ ਪ੍ਰਦੇਸ਼ 'ਚ ਮਹਾਂਪੁਰਖਾਂ ਦਾ ਡੇਰਾ ਹੈ, ਗੁਰੂ ਨਾਨਕ ਦੀ ਬੰਸ ਦੇ ਵਿੱਚ। ਹੁਣ ਦੇ ਡੇਰੇ 'ਚ ਇੱਕ ਲੜਕੀ 16-17 ਸਾਲ ਦੀ ਰਹਿੰਦੀ ਸੀ। ਉਹ 100 ਜਪਜੀ ਸਾਹਿਬ ਦਾ ਰੋਜ਼ ਪਾਠ ਕਰਦੇ ਸੀ, ਰੋਜ਼ 100 ਜਪਜੀ ਸਾਹਿਬ ਦਾ। ਦੇਖੋ ਫਿਰ ਕਿੱਥੇ ਆਤਮਿਕ ਅਵਸਥਾ ਚਲੀ ਗਈ ਹੋਣੀ ਹੈ। ਗਲਤੀ ਨਾਲ ਜਮ ਉਹਨੂੰ ਲੈਣ ਆ ਗਏ ਨੇ, ਲੈ ਗਏ ਨੇ। ਆਰਾਮ ਨਾਲ ਬੜੇ ਪਿਆਰ ਨਾਲ ਲਈਦੇ, ਕੁਛ ਨਹੀਂ ਕਹਿੰਦੇ। ਕਿ ਜਮਨ ਪਤਾ ਲੱਗ ਗਿਆ ਵੀ ਉਹ ਇਹ ਤਾਂ ਭਜਨ ਬੰਦਗੀ ਕਰਨ ਵਾਲੀ ਹੈ। ਜਦੋਂ ਜਾ ਕੇ ਧਰਮਰਾਜ ਦੇ ਪੇਸ਼ ਕੀਤਾ, ਧਰਮਰਾਜ ਜਦੋਂ ਰਜਿਸਟਰ ਵੇਖਿਆ ਨਾ, ਉਹ ਕੁੜੀ ਦੁਬਾਰਾ ਜਿਉਂਦੀ ਹੋ ਗਈ। ਦੱਸਦੀ ਉਸ ਨੇ, ਕਹਿੰਦੇ ਜਦੋਂ ਧਰਮਰਾਜ ਨੇ ਰਜਿਸਟਰ ਵੇਖਿਆ, ਧਰਮਰਾਜ ਆਪਣੀ ਕੁਰਸੀ ਤੋਂ ਖੜਾ ਹੋ ਗਿਆ। ਕਹਿੰਦੇ ਮੈਂ ਸੋਚਦੀ ਕਿਉਂ ਖੜਾ? ਕਹਿੰਦੇ ਮੇਰੇ ਅੱਗੇ ਹੱਥ ਜੋੜ ਲਓ। ਕਹਿੰਦੇ ਬੀਬਾ ਇਹ ਸਾਡੇ ਬੰਦਿਆਂ ਤੋਂ ਗਲਤੀ ਹੋ ਗਈ ਹੈ, ਤੂੰ ਤਾਂ ਗੁਰੂ ਨਾਨਕ ਦੇ ਦਰ 'ਤੇ ਜਾਣਾ ਹੈ। ਇਹ ਗਲਤੀ ਨਾਲ ਤੈਨੂੰ ਇੱਥੇ ਲਾਇਆ ਨੇ, ਇਹਨਾਂ ਤੈਨੂੰ ਕੁਛ ਕਿਹਾ ਤਾਂ ਨਹੀਂ।
ਕਹਿੰਦੇ ਕਿੰਨੀ ਦੇਰ ਧਰਮਰਾਜ ਮੇਰੇ ਤੋਂ ਹੱਥ ਜੋੜ ਕੇ ਮਾਫੀਆਂ ਹੀ ਮੰਗਦੇ ਰਿਹਾ, ਅਤੇ ਫਿਰ ਕਹਿੰਦਾ ਇਹਨੂੰ ਸਤਿਕਾਰ ਸਹਿ ਛੱਡ ਕੇ ਆ, ਕਿਤੇ ਫੂਕ ਨਾ ਦੇਣ, ਅਤੇ ਕਿਤੇ ਬੜੇ ਪਿਆਰ ਨਾਲ ਮੈਨੂੰ ਛੱਡ ਕੇ ਤੇ ਮੈਂ ਜਿਉਂਦੀ ਹੋ ਗਈ। ਇਸ ਲਈ ਬਾਣੀ ਪੜ੍ਹੋ, ਨਾਮ ਜਪੋ, ਕਿੰਨਾ ਦੇਖੋ ਸਤਿਕਾਰ ਹੁੰਦਾ। ਇਸ ਲਈ ਗੁਰੂ ਮਹਾਰਾਜ ਕਹਿੰਦੇ ਮੰਨੈ ਜਮ ਕੈ ਸਾਥ ਨਾ ਜਾਏ। ਜਿਹੜਾ ਪਰਮਾਤਮਾ ਦੇ ਨਾਮ ਨੂੰ ਮੰਨਦਾ ਹੈ, ਇਸ ਬਾਣੀ ਨੂੰ ਮੰਨਦਾ ਹੈ, ਪਰਮਾਤਮਾ ਦੇ ਹੁਕਮ ਨੂੰ ਮੰਨਦਾ ਹੈ, ਉਹ ਜਮਾਂ ਦੇ ਨਾਲ ਨਹੀਂ ਜਾਂਦਾ। ਐਸਾ ਨਾਮ ਨਿਰੰਜਨ ਹੋਏ। ਪਰਮਾਤਮਾ ਦਾ ਤਾਂ ਐਸਾ ਵਧੀਆ ਨਾਮ ਹੈ, ਜੇ ਕੋ ਮਨ ਜਾਣੇ ਮਨ ਕੋਇ, ਜੇ ਕੋਈ ਮਨ ਵਿੱਚ ਉਸਨੂੰ ਮੰਨ ਲਵੇ। ਜੇ ਇਸ ਗੱਲ ਨੂੰ ਕੋਈ ਮਨ 'ਚ ਮੰਨ ਲਵੇ ਨਾ, ਤਾਂ ਫਿਰ ਤਾਂ ਜਿਹੜਾ ਹੈ ਉਹਨੂੰ ਪਤਾ ਲੱਗੇਗਾ ਕਿ ਹਾਂ ਪਰਮਾਤਮਾ ਦਾ ਨਾਮ ਤਾਂ ਇਹੋ ਜਿਹਾ ਹੈ, ਜਮ ਵੀ ਨੇੜੇ ਨਹੀਂ ਆਉਂਦੇ, ਉਹ ਡੰਡੇ ਨਹੀਂ ਮਾਰਦੇ, ਤਿੰਨਾਂ ਭਵਨਾਂ ਦੀ ਸੋਝੀ ਹੋ ਜਾਂਦੀ ਹੈ, ਉਹਦੇ ਮਨ ਬੁੱਧ ਬਹੁਤ ਉੱਚੀ ਅਵਸਥਾ ਚਲੇ ਜਾਂਦੇ ਨੇ, ਉਹਦੀ ਗਤੀ ਹੋ ਜਾਂਦੀ ਹੈ, ਇੰਨੀ ਉੱਚੀ ਅਵਸਥਾ 'ਚ ਹੋ ਜਾਂਦੀ ਹੈ ਕਿ ਕੋਈ ਉਸਦੀ ਅਵਸਥਾ ਨੂੰ ਲਿਖ ਹੀ ਨਹੀਂ ਸਕਦਾ ਸ਼ਬਦਾਂ 'ਚ। ਮੰਨੈ ਮਾਰਗ ਠਾਕ ਨਾ ਪਾਏ। ਠਾਕ ਹੁੰਦੀ ਰੁਕਾਵਟ। ਕਈ ਇਲਾਕੇ ਕਹਿੰਦੇ ਮੁੰਡੇ ਦਾ ਰੋਕਾ ਕਰਤਾ ਜੀ, ਆਹ ਮੰਗਣਾ ਜਿਹੜਾ ਹੁੰਦਾ ਨਾ, ਕਿਤੇ ਕਹਿੰਦੇ ਰੋਕਾ ਕਰਤਾ, ਕਿਤੇ ਕਹਿੰਦੇ ਠਾਕਾ ਕਰਤਾ, ਵੀ ਲਓ ਜੀ ਅੱਜ ਤੋਂ ਇਹ ਤੁਹਾਡਾ ਲੜਕਾ ਸਾਡਾ ਹੋਇਆ, ਕੁੜੀ ਵਾਲੇ ਕਹਿੰਦੇ ਇਹਨੂੰ ਠਾਕਾ ਹੈ। ਕੋਈ ਕਹਿੰਦੇ ਰੋਕਾ ਹੈ ਜੀ, ਆਹ ਲਓ ਜੀ ਕੁਛ ਥੋੜ੍ਹੇ ਸ਼ਗਨ ਦੇ, ਅੱਜ ਤੋਂ ਤੁਹਾਡਾ ਮੁੰਡਾ ਸਾਡਾ ਹੋਇਆ ਜੀ। ਠਾਕ ਹੁੰਦਾ ਰੋਕਣਾ, ਰੁਕਾਵਟ। ਮੰਨੈ ਮਾਰਗ ਠਾਕ ਨਾ ਪਾਏ। ਜਿਸ ਰਸਤੇ 'ਤੇ ਮਨੁੱਖ ਚੱਲ ਰਿਹਾ ਨਾ, ਉੱਥੇ ਕੋਈ ਰੁਕਾਵਟ ਨਹੀਂ ਫਿਰ ਪਾਉਂਦੀ। ਨਾਮ ਜਪ ਰਹੇ ਹੋ, ਸਹੀ ਰਾਹ 'ਤੇ ਚੱਲ ਰਹੇ ਹੋ, ਕੋਈ ਰੁਕਾਵਟ ਨਹੀਂ ਪੈਂਦੀ ਰਸਤੇ 'ਚ। ਮੰਨੈ ਪਤ ਸਿਉ ਪ੍ਰਗਟ ਜਾਏ। ਜਿਹੜਾ ਪਰਮਾਤਮਾ ਦੇ ਨਾਮ ਨੂੰ ਮੰਨਦਾ ਹੈ, ਉਹਦੇ ਹੁਕਮ ਨੂੰ ਮੰਨਦਾ ਹੈ, ਇੱਜ਼ਤ ਸਹਿਤ, ਪਤ ਸਿਉ ਇੱਜ਼ਤ ਸਹਿਤ ਉਹ ਪ੍ਰਗਟ ਹੋਏ। ਪ੍ਰਗਟ ਹੋ ਕੇ ਇਹਦੀ ਗੁਪਤ ਤੌਰ 'ਤੇ ਜਾਂਦਾ ਹੈ, ਲੋਕਾਂ ਨੂੰ ਪਤਾ ਲੱਗਦਾ ਹੈ। ਉਹ ਪ੍ਰਗਟ ਹੋ ਕੇ ਪ੍ਰਤੱਖ ਰੂਪ ਦੇ ਵਿੱਚ ਜਿਹੜਾ ਹੈ ਉਹ ਜਾਂਦਾ ਹੈ ਪਰਮਾਤਮਾ ਦੇ ਦਰ 'ਤੇ। ਮੰਨੈ ਮਾਗ ਨਾ ਚੱਲੈ ਪੰਥ। ਇੱਕ ਹੁੰਦਾ ਧਰਮ, ਇੱਕ ਹੁੰਦਾ ਪੰਥ। ਪੰਥ ਜਿਹਨੂੰ ਮਜ਼ਹਬ ਕਹਿੰਦੇ ਨੇ, ਧਰਮ ਦੇ ਅੰਦਰਲੇ ਗੁਣ ਨੇ। ਮਜ਼ਹਬ ਜਿਹੜਾ ਹੈ ਆਸ਼ਰਾ ਹੈ, ਇਹ ਬਾਹਰੋਂ ਕਿਹੋ ਜਿਹਾ ਹੈ। ਸਾਡੀ ਸ਼ਕਲਾਂ ਨੂੰ ਵੇਖ ਕੇ ਕਿਸੇ ਨੂੰ ਪੁੱਛੋ ਕੌਣ ਹੈ, ਉਹ ਕਹੋਗੇ ਸਿੱਖ ਨੇ। ਸ਼ਕਲ ਸਾਡੇ ਪੰਥ ਤੋਂ, ਸਾਡੇ ਮਜ਼ਹਬ ਤੋਂ, ਸਾਡੇ ਪਹਿਰਾਵੇ ਤੋਂ ਪਤਾ ਲੱਗਿਆ ਵੀ ਇਹ ਸਿੱਖ ਹੈ। ਕਿਉਂਕਿ ਜੇ ਜੂੜਾ ਹੈ, ਚਲੋ ਕਈ ਵਾਰੀ ਬੱਚਾ ਦਾੜੀ ਤਾਂ ਜੇ ਨਹੀਂ, ਪਰ ਜੂੜਾ ਤਾਂ ਹੁੰਦਾ ਨਾ, ਜੂੜੇ ਤੋਂ ਪਹਿਚਾਣ ਹੁੰਦੀ ਹੈ ਸਿੱਖ ਹੈ। ਹੁਣ ਜੂੜਾ ਵੀ ਕੋਈ ਨਹੀਂ ਅਤੇ ਅਬ ਬੰਦਾ ਕਿ ਮੈਂ ਸਿੱਖ ਹਾਂ ਜੀ, ਉਹਨੂੰ ਕਹਿ ਤੂੰ ਪਾਗਲਾ ਤੇ ਖੜ ਜਾ, ਫਿਰ ਦੇਖਦੇ ਤੈਨੂੰ ਕੌਣ ਸਿੱਖ ਕਹਿੰਦਾ। ਬੱਸ 'ਚ ਬੈਠਾ ਅਤੇ ਅਗਲਾ ਕੋਈ ਆ ਕੇ ਆ ਬਾਊ ਜੀ ਥੋੜ੍ਹੇ ਪਰਾਂ ਹੋਇਓ, ਅਤੇ ਜੇ ਜੂੜਾ ਹੈ ਤਾਂ ਕੋਈ ਸਰਦਾਰ ਜੀ ਥੋੜ੍ਹੇ ਪਰਾਂ ਹੋਇਓ, ਫਰਕ ਹੋਏਗਾ। ਜੇ ਬਾਹਰੀ ਜਿਹੜਾ ਦਿੱਖ ਹੈ ਉਹ ਹੈ ਪੰਥ, ਜਿਹੜੇ ਅੰਦਰ ਗੁਣ ਨੇ ਉਹ ਹੈ ਧਰਮ। ਸੋ ਜਿਹੜਾ ਪਰਮਾਤਮਾ ਦਾ ਨਾਮ ਮੰਨਦਾ ਹੈ, ਪਰਮਾਤਮਾ ਦਾ ਹੁਕਮ ਮੰਨਦਾ ਹੈ, ਉਹ ਹੁਣ ਜਿਵੇਂ ਜੋਗੀ ਨੇ, 12 ਪੰਥ ਤੇ ਉਹਨਾਂ ਦੇ ਹੀ ਨੇ, 12 ਫਿਰਕੇ। ਬੋਧੀਆਂ ਦੇ ਵੀ 2 ਫਿਰਕੇ ਨੇ, ਜੈਨੀਆਂ ਦੇ ਵੀ ਨੇ। ਇਸ ਪ੍ਰਕਾਰ ਕਹਿੰਦੇ ਜਿਹੜੇ ਇਹ ਫਿਰਕੇ ਨੇ, ਮੈਂ ਇਹਨਾਂ ਦੇ ਰਾਹ 'ਤੇ ਨਹੀਂ ਚੱਲਦਾ। ਜਿਹੜਾ ਪਰਮਾਤਮਾ ਦਾ ਨਾਮ ਜਪਦਾ ਨਾ, ਉਹ ਇਹਨਾਂ ਰਾਹਾਂ 'ਤੇ ਨਹੀਂ ਚੱਲਦਾ, ਉਹਦਾ ਸੰਬੰਧ ਸਿੱਧਾ ਹੀ ਪਰਮਾਤਮਾ ਨਾਲ ਹੁੰਦਾ ਹੈ। ਮੰਨੈ ਧਰਮ ਸੇਤੀ ਸੰਬੰਧ। ਜਿਹੜਾ ਪਰਮਾਤਮਾ ਦੇ ਹੁਕਮ ਨੂੰ ਮੰਨਦਾ, ਉਹਦਾ ਧਰਮ ਨਾਲ ਸਿੱਧਾ ਹੀ ਸੰਬੰਧ ਪੈਦਾ ਹੋ ਜਾਂਦਾ। ਉਹਦਾ ਸੰਬੰਧ ਧਰਮ ਨਾਲ ਹੁੰਦਾ ਹੈ, ਇਹਨਾਂ ਫਿਰਕਿਆਂ ਨਾਲ ਨਹੀਂ, ਬਾਹਰਲੇ ਪਹਿਰਾਵੇ ਨਾਲ ਨਹੀਂ। ਐਸਾ ਨਾਮ ਨਿਰੰਜਨ ਹੋਏ। ਸੋ ਪਰਮਾਤਮਾ ਦਾ ਇਹੋ ਜਿਹਾ ਨਾਮ ਹੈ, ਜੇ ਕੋ ਮਨ ਜਾਣੇ ਮਨ ਕੋਇ। ਜੇ ਕੋਈ ਮਨ ਵਿੱਚ ਇਹ ਪਰਮਾਤਮਾ ਦੇ ਹੁਕਮ ਨੂੰ ਮੰਨ ਕੇ ਵੇਖ ਲੈ ਨਾ, ਫਿਰ ਉਹਨੂੰ ਪਤਾ ਲੱਗਿਆ ਵੀ ਪਰਮਾਤਮਾ ਦੇ ਨਾਮ 'ਚ ਕਿਹੜੀ ਕਿਹੜੀ ਤਾਕਤ ਹੈ, ਪਰਮਾਤਮਾ ਦੇ ਨਾਮ 'ਚ ਆਪਣੇ ਕਿਆ ਆਨੰਦ ਹੈ, ਕਿਆ ਫਾਇਦੇ ਨੇ, ਫਿਰ ਉਹਨੂੰ ਪਤਾ ਲੱਗੇਗਾ। ਸਤਿਕਾਰਯੋਗ ਸਾਧ ਸੰਗਤ ਸਮਾਂ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।